गुरु वाहिगुरु 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 नाम जहाज है चढ़े सब उतरे पार जो शरदा कर सेमंदे गुरु परम तारण हार। वाहिगुरु नाम जहाज है चढ़े सब उतरे पार जो शरदा कर सेमंदे गुरु परम तारण हार। वाहिगुरु। वाहिगुरु जी का खालसा वाहिगुरु जी की फतेह। धन है गरीब नवाज सच्ची पातशाह। एको ओंकार सतनाम करता पुरख निरभौ निरवैर अकाल मूरत आजुनी सैभं गुर प्रसाद। जप आद सच जेगाद सच है पी सच नानक होसी पी सच। सोचै सोच न होवी जे सोची लखवार चुपै चुप न होवी जे लाई राल अवतार। भुखिया भुख न उतरी जे बन्ना पुरिया पार सह सियानपा लख हो है तां इक न चले नाल कि विचारा होई है कब कूड़े टुटे पाल। हुक्म रजाई चलना नानक लिखिया नाल तेरा कीता जातो नाही मैनो जोक तोई। मैं निर्गुण आरे को गुण नाही आपे तरस प्योई। तरस पिया मैं रामत होई सतगुर सज्जन मिलया नानक ना मिले ता जीवा तन मन थीवे हरिया। गुर सतगुर काजू सिख अकाए सो भल के उठ हर नाम ते आवै। उदम करे भल के परवाती स्नान करे अमृत सरन आवै। उपदेश गुरु हर हर जप जापै सब किल विख पाप दोख लै जावै। फिर चढ़े दिवस गुरबाणी गावै बहदियाँ उठदियाँ हर हर नाम ते आवै। जो सास ग्रास ते आए हर हर सो गुर सिख गुरु मन पावै। जिसनो होवै दयाल मेरा समामी तिस गुर सिख गुरु उपदेश सुनावै। जन नानक तूड़ मंगे तिस गुर सिखी जो आप जपै अवरै नाम जपावै। ददे दोष न देऊ किसै दोष कर्मा अपने जो मैं किया सो मैं पाया दोष न दीजै अवर जना। जिनी नाम ते आया गए मशक्कत काल नानक ते मुखी उजलै केती छुटी नाल। जिनी नाम ते आया गए मशक्कत काल नानक ते मुखी उजलै केती छुटी नाल।
ਵਾਹਿਗੁਰੂ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੀ ਲਗਾਤਾਰ ਗੁਰੂ ਸ਼ਬਦ ਵਿਚਾਰ ਚੱਲਦੀ ਆ ਰਹੀ ਹੈ। ਆਓ ਗੁਰਮੁਖ ਪਿਆਰਿਓ, ਗੁਰੂ ਸਵਾਰਿਓ, ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਕਿਰਪਾ ਕਰਨ ਕਿ ਅਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰੀਏ। ਵਿਚਾਰ ਕਰਕੇ ਗੁਰੂ ਦਾ ਸ਼ਬਦ ਆਪਣੇ ਹਿਰਦਿਆਂ 'ਚ ਵਸਾਈਏ, ਗੁਰੂ ਵਾਲੇ ਬਣ ਜਾਈਏ। ਗੁਰੂ ਦੀ ਮੱਤ ਦੇ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਰਹਿੰਦੀ ਦੁਨੀਆ 'ਤੇ ਸਾਡੇ ਤੋਂ ਇਸ ਤਰ੍ਹਾਂ ਦੇ ਕਾਰੋਬਾਰ, ਕਾਰ ਵਿਹਾਰ, ਕਰਮ ਕਰਵਾਉਣ ਜੋ ਕਿ ਪ੍ਰਮਾਤਮਾ ਨੂੰ ਚੰਗੇ ਲੱਗਣ, ਤਾਂ ਕਿ ਸਾਡਾ ਇਹ ਮਿੱਟੀ ਦਾ ਪੁਤਲਾ ਪਾਪੀ ਹਿਰਦਾ ਗੁਰੂ ਚਰਨਾਂ ਜੁੜ ਕੇ ਸੰਸਾਰ 'ਤੇ ਆਇਆ ਸਫਲ ਹੋ ਜਾਵੇ। ਆਓ ਗੁਰਮੁਖ ਪਿਆਰਿਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੀ ਲਗਾਤਾਰ ਆਸਾ ਦੀ ਵਾਰ ਦੀ ਗੁਰਬਾਣੀ ਦੀ ਵਿਚਾਰ ਚੱਲਦੀ ਆ ਰਹੀ ਹੈ, ਜੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਹਿਲੇ ਪਾਤਸ਼ਾਹ ਉਹਨਾਂ ਦੇ ਮੁਖਾਰਬਿੰਦ ਵਿੱਚੋਂ ਉਚਾਰਨ ਕੀਤੇ ਗਏ ਸ਼ਬਦ, ਜਿਨ੍ਹਾਂ ਦੀ ਆਪਾਂ ਵਿਚਾਰ ਕਰਦੇ ਆ ਰਹੇ। ਕੱਲ ਪੌੜੀ ਦੀ ਵਿਚਾਰ ਸੀ, ਅੱਜ ਫਿਰ ਨਵਾਂ ਸ਼ਲੋਕ ਗੁਰੂ ਸਾਹਿਬ ਦੀ ਮਿਹਰ ਕਿਰਪਾ ਸਦਕਾ ਸ਼ੁਰੂ ਹੋਏਗਾ, ਉਸ ਦੀ ਆਪਾਂ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਆਓ ਪਹਿਲਾਂ ਗੁਰਮਰਜ਼ਾਦਾ ਦੇ ਅਨੁਸਾਰ ਗੁਰਬਾਣੀ ਪਾਠ ਪੜ੍ਹ ਲਈਏ, ਤਾਂ ਕਿ ਗੁਰੂ ਦੇ ਸ਼ਬਦ ਦੀ ਸਾਨੂੰ ਚੰਗੀ ਤਰ੍ਹਾਂ ਸਮਝ ਲੱਗ ਜਾਵੇ, ਸਾਡੀ ਸਮਝ ਵਿੱਚ ਗੁਰੂ ਦਾ ਸ਼ਬਦ ਪੈ ਜਾਵੇ। ਆਓ ਗੁਰਮੁਖ ਪਿਆਰੋ, ਸਾਡਾ ਜੀਵਨ ਗੁਰਬਾਣੀ ਨਾਲ ਜੁੜ ਜਾਵੇ। ਆਓ ਗੁਰਮੁਖ ਪਿਆਰੋ, ਗੁਰਬਾਣੀ ਨਾਲ ਜੁੜੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਹਉ ਵਿੱਚ ਆਇਆ ਹਉ ਵਿੱਚ ਗਿਆ, ਹਉ ਵਿੱਚ ਜੰਮਿਆ ਹਉ ਵਿੱਚ ਮੁਆ, ਹਉ ਵਿੱਚ ਗਿਆ ਹਉ ਵਿੱਚ ਆਇਆ ਹਉ ਵਿੱਚ ਗਿਆ, ਹਉ ਵਿੱਚ ਜੰਮਿਆ ਹਉ ਵਿੱਚ ਮੁਆ, ਹਉ ਵਿੱਚ ਦਿੱਤਾ ਹਉ ਵਿੱਚ ਲਿਆ, ਹਉ ਵਿੱਚ ਖਟਿਆ ਹਉ ਵਿੱਚ ਗਿਆ, ਹਉ ਵਿੱਚ ਸਚਿਆਰ ਕੂੜ ਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਨਰਕ ਸੁਰਗ ਅਵਤਾਰ, ਹਉ ਵਿੱਚ ਹਸੇ ਹਉ ਵਿੱਚ ਰੋਵੈ, ਹਉ ਵਿੱਚ ਭਰੀਐ ਹਉ ਵਿੱਚ ਧੋਵੈ, ਹਉ ਵਿੱਚ ਜਾਤੀ ਜਿਨਸੀ ਕੋਵੈ, ਹਉ ਵਿੱਚ ਮੂਰਖ ਹਉ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨ ਜਾਣਾ, ਹਉ ਵਿੱਚ ਮਾਇਆ ਹਉ ਵਿੱਚ ਛਾਇਆ, ਹਉਮੈ ਕਰ ਕਰ ਜੰਤ ਉਪਾਇਆ, ਹਉਮੈ ਬੂਝੇ ਤਾਂ ਦਰ ਸੂਝੇ, ਗਿਆਨ ਬਹੂਣਾ ਕਤ ਕਤ ਲੂਝੇ, ਨਾਨਕ ਹੁਕਮੀ ਲਿਖਿਆ ਲੇਖਾ, ਜੇਹਾ ਵੇਖੈ ਤੇਹਾ ਵੇਖਾ, ਗਿਆਨ ਬਹੂਣਾ ਕਤ ਕਤ ਲੂਝੇ, ਨਾਨਕ ਹੁਕਮੀ ਲਿਖਿਐ ਲੇਖਾ, ਜੇਹਾ ਵੇਖੈ ਤੇਹਾ ਵੇਖਾ। ਵਾਹਿਗੁਰੂ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ, ਜੋ ਕਿ ਆਸਾ ਦੀ ਵਾਰ ਦੀ ਗੁਰਬਾਣੀ ਦੀ ਵਿਚਾਰ ਚੱਲਦੀ ਆ ਰਹੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਮੁਖਾਰਬਿੰਦ ਵਿੱਚੋਂ ਉਚਾਰਨ ਕੀਤੀ ਗਈ ਗੁਰਬਾਣੀ ਦੀ ਆਪਾਂ ਜੋ ਗੁਰਬਾਣੀ ਪਾਠ ਪੜ੍ਹਿਆ ਹੈ, ਸਰਵਣ ਕੀਤਾ ਹੈ,
ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਜ ਕਿਹੜੀ ਗੱਲ ਕਰ ਰਹੇ ਨੇ ਸਾਡੇ ਨਾਲ, ਸਾਨੂੰ ਕੀ ਸਮਝਾਉਣਾ ਕਰਦੇ ਨੇ। ਜਿਸ ਚੀਜ਼ ਤੋਂ ਅਸੀਂ ਬਚ ਨਹੀਂ ਸਕਦੇ, ਜਿਸ ਚੀਜ਼ ਦੇ ਵਿੱਚੋਂ ਅਸੀਂ ਬਚ ਨਹੀਂ ਸਕਦੇ, ਉਸ ਦੀ ਅੱਜ ਗੱਲ ਕੀਤੀ ਹੈ। ਮੈਂ ਬਾਬੇ ਨਾਨਕ ਦੀ ਬਾਣੀ ਪੜ੍ਹ ਕੇ ਦੇਖ ਲਓ ਗੁਰਮੁਖ ਪਿਆਰੋ, ਬਾਬੇ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਤੇ ਵੀ ਗੁਰਬਾਣੀ ਦੇ ਵਿੱਚ ਨਹੀਂ ਲਿਖਿਆ ਵੀ ਮੈਂ ਆਹ ਕੀਤਾ। ਬਾਬੇ ਨਾਨਕ ਨੇ, ਦਸਮ ਪਾਤਸ਼ਾਹੀਆਂ ਨੇ ਕਿਤੇ ਨਹੀਂ ਲਿਖਿਆ ਵੀ ਅਸੀਂ ਆਹ ਕੰਮ ਕੀਤਾ। ਪਰ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣਾ ਕੀਤਾ ਵੀ ਅਸੀਂ ਮੈਂ ਦੇ ਵਿੱਚ ਮਰ ਜਾਂਦੇ ਹਾਂ। ਸਾਰੇ ਕੰਮ ਅਸੀਂ ਮੈਂ ਦੇ ਕਰਕੇ ਕਰਦੇ, ਵੀ ਮੈਂ ਹੈ ਕੁਛ। ਤੇ ਬਾਬਾ ਨਾਨਕ ਅੱਜ ਸਾਨੂੰ ਸਮਝਾਉਣਾ ਕਹਿ ਰਿਹਾ, ਬੰਦਿਆ ਤੂੰ ਕੁਛ ਵੀ ਨਹੀਂ ਹੈ। ਬੰਦਾ ਕੁਛ ਵੀ ਚੀਜ਼ ਨਹੀਂ ਹੈ। ਰੱਬ ਨੇ ਪੈਦਾ ਕੀਤਾ ਸੀ, ਰੱਬ ਨੇ ਜੀਵਨ ਬਣਾਇਆ, ਰੱਬ ਨੇ ਜੀਵਨ ਕਿੱਥੋਂ ਤੱਕ ਚਲਾਇਆ ਉਹ ਰੱਬ ਨੂੰ ਪਤਾ ਹੈ। ਤੇ ਰੱਬ ਹੀ ਇਹ ਜੀਵਨ ਨੂੰ ਚਲਾ ਕੇ ਸੰਸਾਰ ਦੇ ਵਿੱਚ ਹੀ ਭਸਮ ਕਰਕੇ ਤੇ ਤੇਰੀ ਜਾਨ ਲੈ ਗਿਆ। ਤੇ ਅੱਜ ਬਾਬਾ ਨਾਨਕ ਕੀ ਕਹਿ ਰਿਹਾ ਸਾਨੂੰ, ਆਓ ਗੁਰਮੁਖ ਪਿਆਰੋ ਗੁਰੂ ਸ਼ਬਦ ਵਿਚਾਰ ਨਾਲ ਜੁੜੀਏ। ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਿਆ ਕਰੀਏ ਕਿ ਸੱਚੇ ਪਾਤਸ਼ਾਹ ਗੁਰਬਾਣੀ ਦੀ ਵਿਚਾਰ ਸਾਡੇ ਪਾਪੀ ਹਿਰਦਿਆਂ 'ਚ ਵਸ ਜਾਵੇ, ਸਾਡਾ ਜੀਵਨ ਸੋਹਣਾ ਬਣ ਜਾਵੇ, ਸੋਹਣਾ ਬਣ ਜਾਵੇ। ਅਸੀਂ ਗੁਰਬਾਣੀ ਦੇ ਮੁਤਾਬਕ ਆਪਣਾ ਜੀਵਨ ਜੀਏ ਤਾਂ ਕਿ ਸਾਡਾ ਵੀ ਕਿਤੇ ਨਾ ਕਿਸੇ ਇਸ ਦੁਨੀਆ ਤੇ ਆਇਆ ਲੇਖੇ ਵਿੱਚ ਪੈ ਜਾਵੇ। ਬਾਬਾ ਨਾਨਕ ਕੀ ਕਹਿ ਰਿਹਾ, ਉਹ ਗੁਰਮੁਖ ਪਿਆਰੋ ਗੁਰੂ ਸ਼ਬਦ ਵਿਚਾਰ ਦੇ ਨਾਲ ਜੁੜੀਏ। ਸ਼ਲੋਕ ਹੈ ਮਹੱਲਾ ਪਹਿਲਾ। ਗੁਰੂ ਸਾਹਿਬ ਜੀ ਕਹਿੰਦੇ, ਹਉ ਵਿੱਚ ਆਇਆ, ਹਉ ਵਿੱਚ ਗਿਆ। ਹਉ ਵਿੱਚ ਆਇਆ ਦਾ ਮਤਲਬ ਪ੍ਰੋਫੈਸਰ ਸਾਹਿਬ ਜੀ ਕਹਿੰਦੇ ਨੇ ਮੈਂ। ਹਉ ਦਾ ਮਤਲਬ ਹੁੰਦਾ ਮੈਂ। ਵਿੱਚ ਆਇਆ, ਵਿੱਚ ਹਉ ਕਰਕੇ ਸਰੀਰ ਬਣਿਆ ਤੇਰਾ। ਜੇ ਮੈਂ ਨਾ ਕਹਿੰਦਾ ਤੇ ਫਿਰ ਕਿਤੇ ਸਰੀਰ ਤੇਰਾ ਦੁਬਾਰਾ ਨਹੀਂ ਸੀ ਬਣਨਾ। ਮੈਂ ਜਿੰਨਾ ਚਿਰ ਖਤਮ ਨਹੀਂ ਹੁੰਦੀ, ਮੈਂ ਆਖਾਂ ਤਾਂ ਮਰੀ ਹੈ, ਤੂੰ ਆਖਾਂ ਤਾਂ ਤਰੀ ਹੈ। ਆਪਾਂ ਮੈਂ ਕਰਦੇ ਹੀ ਇਸ ਦੁਨੀਆ ਦੇ ਵਿੱਚ ਕਾਰੋਬਾਰ ਕਰਦੇ ਰਹਿੰਦੇ ਆ। ਮੇਰਾ ਆਹ ਕੁਛ, ਮੇਰਾ ਆਹ ਕੁਛ, ਮੇਰਾ ਇਸ ਤਰ੍ਹਾਂ ਬਣ ਗਿਆ, ਮੇਰਾ ਇਸ ਤਰ੍ਹਾਂ ਹੋ ਗਿਆ। ਮੈਂ ਸਾਡੇ ਅੰਦਰੋਂ ਜਾਂਦੀ ਨਹੀਂ ਤੇ ਅਗਲਾ ਜਨਮ ਹੋ ਜਾਂਦਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਹਉ ਵਿੱਚ ਆਇਆ। ਹਉ ਦਾ ਕਰਕੇ ਮਤਲਬ ਵੀ ਮੈਂ ਕਰਕੇ ਇਸ ਸੰਸਾਰ ਦੇ ਵਿੱਚ ਆਇਆ। ਜੇ ਮੈਂ ਤੇਰੀ ਖਤਮ ਹੁੰਦੀ ਤੇ ਪਰਮਾਤਮਾ ਨੇ ਤੈਨੂੰ ਕੋਈ ਵੀ ਜਨਮ ਨਹੀਂ ਸੀ ਦੇਣਾ, ਉਹਨੇ ਆਪਣੇ ਵਿੱਚ ਸਮੇਟ ਲੈਣਾ ਸੀ। ਗੁਰੂ ਸਾਹਿਬ ਜੀ ਕਹਿੰਦੇ ਨੇ, ਗਰੀਬ ਨਵਾਜ਼ ਜਦ ਤਾਈਂ ਜੀਵ ਹਉ ਵਿੱਚ ਹੈ, ਭਾਵ ਰੱਬ ਨਾਲੋਂ ਤੇ ਰੱਬ ਦੀ ਕੁਦਰਤ ਨਾਲੋਂ ਆਪਣੀ ਅਡਰੀ ਹਸਤੀ ਬਣਾਈ ਬੈਠਾ ਹੈ ਵੀ ਮੈਂ ਰੱਬ ਦਾ ਪੈਦਾ ਕੀਤਾ ਨਹੀਂ ਹੈ, ਜੋ ਕੁਛ ਕਰਦਾ ਮੈਂ ਕਰਦਾ। ਅਡਰੀ ਦਾ ਮਤਲਬ ਹੈ ਕਿ ਮੈਂ ਵੱਖਰਾ ਹੈ ਰੱਬ ਨਾਲੋਂ। ਰੱਬ ਨੂੰ ਭੁੱਲ ਕੇ ਅਸੀਂ ਸਾਰੇ ਕੰਮ ਕਰਦੇ ਵੀ ਰੱਬਾ ਤੈਨੂੰ ਤੇ ਪਤਾ ਹੀ ਨਹੀਂ ਸੀ, ਰੱਬਾ ਤੈਨੂੰ ਤੇ ਪਤਾ ਹੀ ਨਹੀਂ ਸੀ ਆ ਕੰਮਾਂ ਦਾ ਵੀ ਜਿਹੜੇ ਅਸੀਂ ਕੰਮ ਕਰ ਲਏ। ਜਿਸ ਤਰ੍ਹਾਂ ਪਰਮਾਤਮਾ ਨੇ ਸਾਡੀ ਸਭ ਸੂਰਤ ਬਣਾਈ ਹੈ, ਮੈਂ ਦੇ ਵਿੱਚ ਜਿਹੜਾ ਖਿਆਲਾਤ ਹੈ, ਰੱਬ ਨੇ ਸਾਡੇ ਕੇਸ ਲਾਏ ਨੇ ਸਿਰ ਦੇ ਉੱਤੇ, ਫੇਸ ਦੇ ਉੱਤੇ ਦਾੜੀ ਲਾਈ ਹੈ, ਮੁੱਛਾਂ ਲਾਈਆਂ ਨੇ। ਅਸੀਂ ਦੁਨਿਆਵੀ ਦੁਨੀਆ ਨੂੰ ਵੇਖ ਕੇ, ਦੁਨਿਆਵੀ ਦੁਨੀਆ ਜਿਵੇਂ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਕਹਿੰਦੇ ਨੇ, ਓਏ ਤੂੰ ਦੁਨੀਆ ਨੂੰ ਵੇਖ ਵੇਖ ਕੇ, ਉਹ ਵੀ ਦੁਨੀਆ 'ਚ ਹੀ ਆਏ ਸੀ ਜਿਨ੍ਹਾਂ ਨੇ ਐਡੇ ਐਡੇ ਕਰਤੱਵ ਕਰ ਦਿੱਤੇ ਨੇ। ਤੂੰ ਦੁਨੀਆ ਨੂੰ, ਐਕਟਰਾਂ ਨੂੰ ਵੇਖ ਕੇ ਕੇਸ ਕਟਾ ਲੈਂਦਾ, ਦਾੜੀ ਜਿਵੇਂ ਐਕਟਰ ਕਰਦੇ ਨੇ ਜਾਂ ਕਲਾਕਾਰ ਕਰਦੇ ਨੇ ਉਸ ਤਰ੍ਹਾਂ ਦੀ ਬਣਾ ਲੈਂਦਾ। ਵੀ ਰੱਬ ਨੂੰ ਤੇ ਪਤਾ ਹੀ ਨਹੀਂ ਸੀ ਵੀ ਰੱਬ ਨੂੰ ਤੇ ਸਾਡੇ ਦਾੜੀ ਨਹੀਂ ਸੀ ਲਾਉਣੀ, ਘੱਟ ਲਾਉਣੀ ਸੀ, ਜਾਂ ਕੇਸ ਏਡੇ ਲੰਮੇ ਕਰ ਦਿੱਤੇ ਕਿਉਂ ਬਣਾਏ, ਰੱਬ ਨੂੰ ਤੇ ਪਤਾ ਹੀ ਨਹੀਂ ਸੀ। ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਕਹਿੰਦੇ, ਉਹ ਬਾਬੇ ਨਾਨਕ ਦੀ ਦਾੜੀ ਵੱਲ ਵੇਖਿਆ ਕਰ, ਉਹਦੀ ਸਭ ਸੂਰਤ ਕਿਤੇ ਮਾੜੀ ਤਾਂ ਨਹੀਂ ਸੀ, ਸੋਹਣੀ ਸੀ। ਕਲਗੀਆਂ ਵਾਲੇ ਵੱਲ ਦੇਖਿਆ ਕਰ, ਉਹਦੀ ਦਾੜੀ, ਚਲੋ ਫੋਟੋ ਬਣਾਈ ਹੈ, ਉਹਦੀ ਵੀ ਦਾੜੀ ਹੈ। ਉਹ ਛੋਟੇ ਛੋਟੇ ਸਾਹਿਬਜ਼ਾਦਿਆਂ ਵੱਲ ਦੇਖਿਆ ਕਰ, ਉਹਨਾਂ ਦੇ ਸਰੂਪ ਦੇਖਿਆ ਕਰ, ਕਿੱਡੀਆਂ ਸੋਹਣੀਆਂ ਦਸਤਾਰਾਂ ਸਜੀਆਂ ਹੋਈਆਂ ਨੇ, ਕਿੱਡੇ ਸੋਹਣੇ ਬਾਣੇ ਨੇ।
ਆਪਣੀ ਸ਼ਕਲ ਨੂੰ ਤੂੰ ਆਪ ਹੀ ਵਿਗਾੜ ਲੈਣਾ। ਇਹ ਆਪਾਂ ਕਿਹਦੇ ਵਿੱਚ ਕਰਦੇ ਆ? ਹਉਂ ਦੇ ਵਿੱਚ। ਵੀ ਰੱਬ ਨੂੰ ਤੇ ਪਤਾ ਹੀ ਨਹੀਂ ਸੀ। ਇਹ ਸਾਡੀ ਵੱਖਰੀ ਸੋਚ ਹੈ ਵੀ ਰੱਬ ਨੂੰ ਤੇ ਪਤਾ ਹੀ ਨਹੀਂ ਸੀ ਮੈਂ ਲੋਕਾਂ ਨੂੰ ਸੋਹਣਾ ਬਣ ਕੇ ਕਿਵੇਂ ਦਿਖਾਵਾਂ। ਰੱਬ ਨੂੰ ਤੇ ਪਤਾ ਨਹੀਂ, ਰੱਬ ਨੇ ਤਾਂ ਮੈਨੂੰ ਇਹ ਸੋਹਣਾ ਬਣਾਇਆ ਹੀ ਨਹੀਂ। ਆ ਕਈ ਤਾਂ ਆਪਣੇ ਸਰੀਰ ਦੀ ਸਰਜਰੀ ਕਰਾਉਂਦੇ ਨੇ, ਮੇਰਾ ਨੱਕ ਟੇਢਾ ਹੈ, ਮੇਰਾ ਨੱਕ ਲੰਮਾ ਹੈ, ਮੇਰਾ ਨੱਕ ਚੌੜਾ ਹੈ, ਮੇਰਾ ਮੱਥਾ ਨਹੀਂ ਸਹੀ, ਸਰਜਰੀ ਕਰਾ ਕਰਾ ਕੇ ਸਰੀਰ ਨੂੰ ਬਣਾਉਂਦੇ ਨੇ। ਇਹ ਹਉਂ ਦਾ ਮੈਂ ਵੀ ਕੁਛ ਦੁਨੀਆ ਵਿੱਚ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਇਹ ਇੱਕ ਅੱਡਰੀ ਆਪਣੀ ਅੱਖਰੀ ਅਵਸਥਾ ਬਣਾਈ ਫਿਰਦਾ ਬੰਦਾ, ਤੇ ਤਾਂ ਕਰਕੇ ਵਾਰ-ਵਾਰ ਜਗਤ ਵਿੱਚ ਆਉਂਦਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਤਦ ਤਾਈਂ ਕਦੇ ਜਗਤ ਵਿੱਚ ਆਉਂਦਾ ਹਉਂ ਵਿੱਚ ਆਇਆ, ਹਉਂ ਵਿੱਚ ਗਿਆ। ਇੱਥੋਂ ਦੁਨੀਆ ਦੇ ਵਿੱਚ ਆਉਂਦਾ ਵੀ ਇਸੇ ਕਰਕੇ ਹੀ ਹੈ ਤੇ ਜਾਂਦਾ ਵੀ ਇਸੇ ਕਰਕੇ ਹੈ। ਮੈਂ ਕਰਦਾ ਬੰਦਾ ਇੱਥੋਂ ਤੁਰਿਆ ਜਾਂਦਾ, ਮੈਂ ਨਹੀਂ ਪੂਰੀ ਹੁੰਦੀ, ਮੈਂ ਹੀ ਇਹਦਾ ਦੂਸਰਾ ਜਨਮ ਕਰਾਉਂਦੀ। ਮੈਂ ਦੇ ਵਿੱਚ ਆਇਆ ਤੇ ਮੈਂ ਦੇ ਵਿੱਚ ਗਿਆ। ਅੱਗੇ ਗੁਰੂ ਸਾਹਿਬ ਜੀ ਕਹਿੰਦੇ ਉਹ ਵੀ ਅੱਖਰੀ ਅਰਥ ਇਹੀ ਨੇ, ਹਉ ਵਿੱਚ ਜੰਮਿਆ ਹਉ ਵਿੱਚ ਮੂਆ। ਇਹ ਵੀ ਅੱਖਰੀ ਅਰਥ ਨੇ। ਹਉਂ ਦੇ ਵਿੱਚ ਬੰਦੇ ਦਾ ਜਨਮ ਹੁੰਦਾ ਹੈ ਤੇ ਹਉਂ ਦੇ ਵਿੱਚ ਹੀ ਦੁਨੀਆ ਤੋਂ ਤੁਰ ਜਾਂਦਾ ਹੈ। ਮੈਂ ਕਰਦਾ ਹੀ ਤੁਰ ਜਾਂਦਾ ਹੈ। ਮੈਂ ਕਰਦਾ ਜਨਮ ਆਇਆ ਤੇ ਮੈਂ ਕਰਦਾ ਤੁਰਿਆ ਗਿਆ। ਹੁਣ ਆਪਾਂ ਕਿੱਥੇ, ਜਦੋਂ ਪ੍ਰੇਮ ਪਿਆਰ ਪੈਂਦਾ ਹੈ, ਜਦੋਂ ਮਾਤਾ ਜਨਮ ਦਿੰਦੀ ਹੈ ਬੱਚੇ ਨੂੰ, ਇਹ ਮੇਰਾ ਬੱਚਾ, ਇੱਥੋਂ ਹੀ ਮੈਂ ਸ਼ੁਰੂ ਹੋ ਜਾਂਦੀ। ਤੇ ਮੇਰਾ ਕਰਦੇ ਆਪਾਂ ਉਹਨੂੰ ਆਪਣੇ ਨਾਲ ਤਾਂ ਜੋੜ ਲੈਂਦੇ, ਸਰੀਰਾਂ ਨਾਲ ਜੋੜ ਲੈਂਦੇ, ਰਿਸ਼ਤੇਦਾਰੀਆਂ ਨਾਲ ਜੋੜ ਲੈਂਦੇ, ਕਾਰੋਬਾਰ ਨਾਲ ਜੋੜ ਲੈਂਦੇ। ਇਹ ਨਹੀਂ ਕਹਿੰਦੇ ਵੀ ਤੈਨੂੰ ਪ੍ਰਮਾਤਮਾ ਨੇ ਜਨਮ ਦਿੱਤਾ, ਤੂੰ ਪ੍ਰਮਾਤਮਾ ਨਾਲ ਜੁੜ। ਵੀ ਸਾਨੂੰ ਗਿਆਨ ਹੋਵੇ ਤੇ ਫਿਰ ਹੀ ਹੈ ਨਾ, ਵੀ ਸਾਨੂੰ ਗਿਆਨ ਹੋਵੇ ਵੀ ਪ੍ਰਮਾਤਮਾ ਨੇ ਤੈਨੂੰ ਜਨਮ ਦਿੱਤਾ, ਮਨੁੱਖਾ ਤੂੰ ਪ੍ਰਮਾਤਮਾ ਨਾਲ ਜੁੜ। ਅਸੀਂ ਆਪਣੇ ਸਾਰੇ ਕਾਰੋਬਾਰਾਂ ਨਾਲ ਜੋੜ ਲੈਂਦੇ। ਸਭ ਤੋਂ ਜਦੋਂ ਮੈਂ ਦਾ ਸਵਾਲ ਆਉਂਦਾ ਤੇ ਉਦੋਂ ਬੰਦਾ ਕਹਿੰਦਾ ਮੇਰਾ, ਉਹ ਮੇਰੇ ਨਾਲ ਹੀ ਜੁੜ ਜਾਂਦਾ, ਮੈਂ ਨਹੀਂ ਜੁੜ ਜਾਂਦਾ। ਤੇ ਸਾਰੀ ਉਮਰ ਮੈਂ ਕਰਦਾ ਹੀ ਬੰਦਾ ਖਤਮ ਹੋ ਜਾਂਦਾ ਹੈ। ਪਹਿਲਾਂ ਬੱਚੇ 'ਚ ਆ ਸਾਰਾ ਕੁਛ ਮੇਰਾ। ਬੱਚੇ ਲੜਦੇ ਕਿਹਦੇ ਵਾਸਤੇ ਨੇ? ਸਾਰਾ ਦਿਹਾੜੀ ਇਕੱਠੇ ਲੜਦੇ ਨੇ, ਅਖੀਰ ਵਿੱਚ ਆ ਮੇਰਾ, ਇਹਨੇ ਆ ਖੋਲਿਆ, ਮੇਰੇ ਨਾਲ ਆ ਕਰ ਲਿਆ, ਮੇਰਾ ਹੀ ਕਰਦਾ ਰਹਿੰਦਾ ਬੱਚਾ। ਕਿਉਂਕਿ ਮੇਰਾ ਆਪਾਂ ਨੂੰ ਬਣਾ ਦਿੱਤਾ। ਮੇਰੇ ਬੱਚੇ ਨੂੰ ਫਲਾਣੇ ਬੱਚੇ ਨੇ ਮਾਰਿਆ, ਮੇਰਾ ਕਰ ਦਿੱਤਾ ਨਾ। ਤੇ ਗੁਰੂ ਸਾਹਿਬ ਜੀ ਕਹਿੰਦੇ ਇਸੇ ਕਰਕੇ ਜਨਮ ਵੀ ਮੈਂ 'ਚ ਹੋਇਆ ਤੇ ਮੂਆ ਵੀ ਮੈਂ ਦੇ ਵਿੱਚ ਹੀ। ਅੱਗੇ ਗੁਰੂ ਸਾਹਿਬ ਜੀ ਕਹਿੰਦੇ ਹਉਂ ਵਿੱਚ ਦਿੱਤਾ ਹਉਂ ਵਿੱਚ ਲੈ ਆ। ਹਉਂ ਵਿੱਚ ਜਦੋਂ ਬੰਦਾ ਸੰਸਾਰਕ ਦੁਨੀਆ ਦੇ ਵਿੱਚ ਆਉਂਦਾ ਹੈ, ਪਰਮਾਤਮਾ ਦੀ ਕਿਰਪਾ ਸਦਕਾ ਉਹਨੂੰ ਜਿਹੜੀ ਚੀਜ਼ ਮਿਲਦੀ ਹੈ ਉਹੀ ਗਾਂ ਦੁਨੀਆ ਨੂੰ ਦਿੰਦਾ ਹੈ। ਚਲੋ ਕੋਈ ਪੜ੍ਹ ਲਿਖ ਕੇ ਟੀਚਰ ਲੱਗ ਗਿਆ, ਉਹਨੇ ਉਹ ਟੀਚਿੰਗ ਕਰਾਉਣੀ ਹੈ, ਉਹਨੇ ਪੜ੍ਹਾਈ ਕਰਾਉਣੀ ਹੈ। ਕੋਈ ਡਾਕਟਰ ਬਣ ਗਿਆ, ਉਹਨੇ ਇਲਾਜ ਕਰਨਾ ਹੈ। ਕੋਈ ਇੰਜੀਨੀਅਰ ਬਣ ਗਿਆ, ਉਹਨੇ ਵੱਡੇ ਸੰਸਾਰਕ ਦੁਨੀਆ ਦੇ ਉੱਤੇ ਅਸਾਰੀਆਂ ਕਰਵਾਉਣੀਆਂ ਨੇ, ਕਿਸੇ ਵੀ ਤਰੀਕੇ ਦੀਆਂ ਹੋਣ। ਉਹ ਬੰਦਾ ਕਹਿੰਦਾ ਵੀ ਮੈਂ ਦਿੱਤਾ ਸਾਰਾ ਕੁਛ, ਮੈਂ ਇੰਨੇ ਬੱਚਿਆਂ ਨੂੰ ਪੜ੍ਹਾਇਆ, ਮੈਂ ਇੰਨੇ ਬੱਚਿਆਂ ਨੂੰ ਬਚਾਇਆ, ਤੇ ਬਾਕੀ ਨੰਬਰ 2 ਤੇ ਰਹਿ ਗਿਆ ਸਾਡੇ ਪਖੰਡੀ ਵਹਿਮਾਂ ਭਰਮਾਂ ਵਾਲੇ। ਮੈਂ ਇੰਨੀ ਦੁਨੀਆ ਦਾ ਇਲਾਜ ਕਰਦਾ, ਮੈਂ ਇੰਨੀ ਦੁਨੀਆ ਨੂੰ ਆਹ ਕਰਦਾ, ਮੈਂ ਇੰਨੀ ਦੁਨੀਆ ਨੂੰ ਫੂਕਾਂ ਮਾਰ ਕੇ ਬਚਾਉਣਾ ਹੈ। ਇਹ ਇੱਕ ਹੋਰ ਐਸਪੈਕਟ ਹੈ, ਇਹ ਵੱਖਰਾ ਇੱਕ ਚੋਜ ਹੈ। ਦੁਨੀਆ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਹਉਂ ਦੇ ਵਿੱਚ ਹੀ ਸਾਰਾ ਕੁਝ ਮੈਂ ਕਰੀ ਜਾਂਦਾ ਤੇ ਹਉਂ ਵਿੱਚ ਲਿਆ। ਇਹ ਮੇਰਾ ਹੱਕ ਬਣਦਾ ਸੀ, ਮੈਂ ਲੈਣਾ ਸੀ। ਬਈ ਆ ਹੁਣ 2 ਭਰਾ ਕਾਹਦੇ ਤੋਂ ਲੜਦੇ ਨੇ? 2 ਭਰਾਵਾਂ ਦੇ ਕਤਲ ਕਿਹਦੇ ਤੋਂ ਹੁੰਦੇ ਨੇ? ਮੈਂ ਕਿਸੇ ਦੀ ਜ਼ਮੀਨ ਜਾਇਦਾਦ ਥੋੜਾ ਲੈ ਰਿਹਾ, ਮੈਂ ਆਪਣੇ ਪਿਓ ਦਾ ਹੱਕ ਲੈਣਾ। ਜੇ ਪਿਓ ਨਹੀਂ ਦਿੰਦਾ ਤੇ ਪਿਓ ਨੂੰ ਪਤਾ ਕੀ ਕਹਿੰਦਾ, ਮੈਂ ਆਪਣੇ ਦਾਦੇ ਪੜਦਾਦੇ ਦਾ ਹੱਕ ਲੈਣਾ। ਤੂੰ ਕੌਣ ਹੁੰਦਾ? ਤੂੰ ਨਹੀਂ ਸੀ ਲਿਆ। ਇਸ ਕਰਕੇ ਗੁਰਮੁਖ ਪਿਆਰਿਓ, ਹਉਂ ਦੇ ਵਿੱਚ ਹੀ, ਹਉਮੈ ਦੇ ਵਿੱਚ, ਪ੍ਰੋਫੈਸਰ ਸਾਹਿਬ ਸਿੰਘ ਜੀ ਕਹਿੰਦੇ ਨੇ ਹਉਮੈ ਦੇ ਵਿੱਚ ਹੀ ਅਸੀਂ ਦੁਨੀਆ ਨੂੰ ਕੋਈ ਚੀਜ਼ਾਂ ਦਿੰਦੇ ਹਾਂ ਤੇ ਹਉਂ ਦੇ ਵਿੱਚ ਹੀ ਲੈਂਦੇ ਹਾਂ। ਇਹ ਸਾਡੀ ਆਪਣੇ ਸਰੀਰ ਦੀ ਹੱਦਬੰਦੀ ਹੈ ਵੀ ਲੋੜ ਪੂਰੀ ਕਿਸੇ ਤੋਂ, ਅਸੀਂ ਕਿਸੇ ਦੀ ਲੋੜ ਪੂਰੀ ਕਰਦੇ ਹਾਂ, ਉਹ ਵੀ ਹਉਮੈ ਦੇ ਵਿੱਚ ਹੀ। ਮੈਂ ਦਿੱਤਾ ਸੀ। ਆ ਕਈ ਵਾਰ ਨਾ ਗੁਸਤਾਖੀ ਮਾਫ ਕਰਨਾ,
देना थोड़ा गुरबाणी च भी आउंदा ते मंगण ज़्यादा। कई बार ना बंदा थोड़ा बहुत किसी दे नाल कोई मदद कर दे, कोई किसी की हेल्प कर दे, बंदा कई बार स्टेजां च, अखबारां च, न्यूज़ पेपरां च मैं फलाना कर दिता, मैं इंज कर दिता, मैं ओ कर दिता। भी आपां बंदा भी लोग मैनू कहण वाकया भी बड़े चंगे काम करदा, न्यूज़ पेपरां च मीडिया के सामने आउंदा मैं भी आ कुछ कर दिता, मैं ओ कुछ कर दिता। गुरु साहब जी कहते दुनिया दीयां लोड़ां नूं पूरा करन वास्ते, पर अपना टौर बनाउण वास्ते, अपनी फड़ौर बनाउण वास्ते भी मैं बहुत वड्डा है, ये हौमे च ही सारा कुछ करी जांदा है ते हौमे च ही लई जांदा सारा कुछ दुनिया तो। मेरा हक बनता है, मेरा आ कुछ बनता है। जिहड़ा तैनूं परमात्मा ने दिता है उस दा धन्नवाद कर। जिहड़ा परमात्मा दे प्रथाएं तू किसी दी मदद कर देना, वो परमात्मा नूं धन कहा कर भी परमात्मा जी तू मैनूं दिता है। चलो आपां दूर की गल ना करिए, आपां अपनी गल करिए। रब ने चलो साडे ते जिन्नी कृपा की है, ज्ञान सारियां नूं, बड़े बड़े विद्वान ने, बड़ा बड़ा कुछ ने, ज्ञान रब दे दवे, उत्थे भी बंदे दी हौमे है। मैं इन्नी दुनिया नूं ज्ञान दिता, मैं इन्नी दुनिया नूं अमृत छकाया, मैं इन्नी दुनिया नूं आ कुछ कीता। मैं उत्थे बंदा ये नहीं कहता भी गुरु की कृपा सदका जां गुरु ने मैनूं ज्ञान बख्शिया सी, गुरु की कृपा सदका जां रब की कृपा सदका। उत्थे भी बंदा कहता मैं, उत्थे भी मैं जां असीं आ कुछ करदे बई। परमात्मा की बाणी ने सानू समझाउणा कीता, बंदिया मैं करदा ही तू इस दुनिया तो चले जाना। मैं माड़ा काम तो नहीं करता। आ कई बार आउंदे ने ना टीवियां च जां वीडियो च आउंदे ने, वो कहंदे असीं इन्ना कुछ कर दिता जी, इन्ने बच्चों दियां जरूरतमंदियां दे विआह कर दिते, इन्ने बच्चों के घरां च राशन पानी दिता, मैं दिता जां साडी संस्था ने दिता। वो बख्शिश गुरु की हुंदी है, गुरु की कृपा हुंदी है। बंदा कौन करने वाला है? और जेड़े रब दे प्यारे ने, चलो साडे गुरु साहिबान ने तो लिखे नहीं भी असी मैं कीता, असी कीता। भाई जेड़ा भगत पूरन सिंह है, उन्हें नहीं किते लिख के किते पेपर दे विच लिखिया होवे किसी दे मैं इन्ने बच्चों नूं आ कीता। गुरु की कृपा सदका उन्होंने कहा भी असी जो उन्होंने अपना इतिहास अपने हथी लिखिया होया है। भगत पूरन सिंह की भी जो उन्होंने सारा इतिहास उन्होंने आपके हथी लिखा, मेरे नाल आ कुछ होया है, पर उन्होंने नहीं ये कहा, कहते रब की कृपा सदका भी रब की कृपा सदका असी आ कुछ किया है। पढ़े लिखे भी ग्रैजुएट इंसान सी भगत पूरन सिंह। आपां की करने वाले, आपां कौन करने वाले? जो परमात्मा का हलूना वजदा तो तां ही वो आपां काम करदे। ते गुरु साहब जी ने सानू ये समझाउणा कीता भी बंदा हौं विच दिता, दिते देण दा मतलब नहीं बंदा हौमे दे विच ही कहंदा मैं आ तैनूं चीज़ दित्ती बई। कई बार ना गुरमुख प्यारो कोई बंदे को इस तरह हुंदा, मजबूरी हुंदी है, आपां किसी नूं कोई मतबल दे दिता, किसी बंदे नूं कोई मतबल दे दिता बड़ा सोहणे तरीके दे नाल, कते आपां उहदे तो मतबल लैना होवे ते वो बंदे कोल मजबूरी होवे, वो बंदा कहे भी मेरे वस की गल नहीं, मैं भाई तेरे एक काम दे विच नहीं मदद नहीं कर सकता। फिर बंदा की 20 बंदियां नूं जाके 100 बंदे नूं सुणाउंदा है मैं दी फलाने थां ते बंदे दी मदद कीती सी, आ वेख लो अज मैनूं लोड़ पई ते ने अज देख लो मेरी मदद नहीं कीती। ये बंदा उहदी विचारे दी पता नहीं किन्नी क मजबूरी होवेगी, जी तां उहदा भी करदा होवेगा। इत्थों ही लड़ाइयां झगड़े शुरू हो जाते हैं। मैं तो तेरे बदले आ कुछ किया, मैं तो तेरे बदले आ कुछ किया, वो तू इहदे बदले नहीं किया, तू रब बदले किया जां अपनी होंद वजूद नूं उच्चा करने वास्ते किया। ते गुरु साहब जी कहते इसे तरीके दे नाल असीं परमात्मा नूं भी कहने, असीं परमात्मा नूं ताने मेणे नहीं मारदे। जिहड़ियां चीज़ां ते परमात्मा ने दित्तियां उहदा तां धन्नवाद नहीं करदे। जिहड़ी रब ने नहीं चीज़ दित्ती, रब्बा कित्थे चले गया मेरे वारी, आ मेरे गवांढी नूं इन्ना कुछ दे दिता, मेरे भरा नूं इन्ना कुछ दे दिता, मैनूं क्यों नहीं दिता? असीं ते रब नूं भी ताने मेने मारदे।
ਤੇ ਗੁਰਮੁਖ ਪਿਆਰੋ, ਗੁਰੂ परमात्मा परमेश्वर की बाणी सानू समझाउणा करदी है, सानू समझाउणा करदी है कि ये आपां हौमे विच ही करी जाने मैं दे विच। अगे गुरु साहब जी कहंदे हाँ विच खटिया हों विच गया, हों विच खटिया मैं बड़ी कमाई कीती, इनू कहंदे खटिया। मैं देखिया इन्नी जमीन जायदाद बना ली, इन्नी फैक्ट्रियां दे मालक हो गया, मैं बच्चों नूं पढ़ा दिता। वेखो आ कई बंदे कहंदे आ मैं अपने बच्चों नूं पढ़ा दिता, डिग्रियां करा दित्तियां, वड्डे वड्डे कोर्स करा दिते। मैं बच्चा पढ़न दे लायक किन्ने बनाया? ओ रब ने। कईयां कोल गुरमुख प्यारो एक बंदा कहंदा ना मेहनत करके अपने बच्चों नूं पढ़ाया, वो कईयां कोल धन वाल वाधू हुंदा, उन्हां दे बच्चे पढ़ते नहीं। ये भी गॉड गिफ्ट है, ये भी परमात्मा की पढ़ाई है। जे तेनू तंदुरुस्त बनाया, रब ने तेनू तंदुरुस्त रखिया, तेरी कमाई वधिया हुई तो तां ही तू, कई बंदे कह दिंदे ने मैं अपने बच्चों नूं पढ़ाया, कसर तो कोई भी नहीं छड्डदा। तैनू भी किसी ने पढ़ाया जां तैनू भी किसी कारोबार, तेरे माँ प्यो ने तेनू पाल पोषण किया तो तां ही है। माँ प्यो का भी किसी ने पाल पोषण किन्ने किया? रब ने। बंदा मेरी सोच, कई बार ना बंदा, बाबा नानक तां कहंदा सह सियाणपां लख होवै तां इक न चलै नाल, किव सचारा होई है कैव कूड़े टुटे पाल, हुक्म रजाई चलना नानक लिखिया नाल। आपां हौमे दे विच कहने ना मैं आ कुछ कमाई, वो रब ने तेनू मेहनत, रब ने मेहनत जोगा तेनू बनाया। जिहड़ा बंदा हुण जवानी च हॉस्पिटल पहुँच गया, जी तो उनका भी करता मैं काम करा, मैं नौकरी करा, मैं किते ना किते किरत करा, मैं भी तगड़ा बंदा बना। रब ने उनके कर्मां च हॉस्पिटल है तो हॉस्पिटल तुरया फिरदा, जी तो उनका भी करता है ना। तो बाबा नानक कहंदा हौमे विच असीं कमाई करदे, हौमे हौं विच खटिया हौं विच गया, तो हौमे विच ही वो चले जाता है। गुरु साहब जी कहंदे हौमे दे ख्याल विच ही बंदा कमाई करदा है, भी मैं बहुत कमाई कर ली, मैं बहुत काम किया, मैं आ काम कर दिता। तो गुरु साहब जी कहंदे फिर वो हौमे की कमाई हौमे विच ही चले जाती। मेरा सब कुछ नष्ट हो गया, मैं बड़ा औखा होके बनाया सी, मैं बड़ा औखा होके ले आया सी, मैं बड़ी कमाई। कई बंदे कहंदे ना असी तो लूण ना ते चार ना रोटी खा खा के आ जमीन बनाई है, तो जान लग्या पता नहीं किवें चले जानी। कई बंदे कहंदे ना असी चार ना, भी तेनू कोई कहंदा रहा तू भी सब्जी खा लैंदा, भी तू जिन्ना मर्जी, जिवें सियाणियां दा कहना सरफा करके सुती ते आटा खा गई कुत्ती, गाउण वाले सारा कुछ धवजियां डा दिंदे ने, आउण वाले सब कुछ ही नष्ट कर दिंदे ने। ते गुरु साहब जी कहंदे ने ये सानू समझाउणा कीता है, ये सानू समझाउणा कीता है गुरु साहब ने कि बंदा हौमे दे विच ही सारा कुछ कमाउंदा है ते हौमे विच ही चले जांदा है। मेरा चले गया फिर रोंदा बंदा। आ माया जिहड़ी आपां कहने ना ये नागणी, ये लड़ जांदी सप बन के। ये माया जिहड़ी है बंदे नूं लड़दी है, लड़दे भिड़दे झगड़दे रौला पाउंदे, इक्के स्थान तो जन्म लिया, इक्के घर विच पले, फिर एक दूसरे का सिर पाड़ते हैं, कतल करते हैं। ये हौमे विच ही मेरा क्यों चले गया, मेरा हक क्यों ले लिया, मैं क्यों लड़ा, मेरा मेरा हक नहीं बनता। तो गुरु साहब जी कहते जिवें तू कमाया उवें ही चले गया। किसी ने पूछा सी ना, वो चोर चोरी करके लाए रात को कोई समान, तो बाकी फिर चोरी करन के जां आराम करन चल गए, एक बंदे नूं खिलार गए भी कहंदे तू इत्थे खड़ा रही, तो उन्होंने भी नींद आ गई। नींद आ गई, उन्हां दे चोरां नूं गांह चोर पै गए, चोरां नूं पै गए मोर। हुण वो भी लै गए समान चक के, जो चोरां दा वेख्या भी आ बावा लुटिया पिया समान, ते लै गए। जो दूसरे चोर आए पुछदे भी अपना समान किधर गया, कहंदा जिवें आया सी उवें चले गया।
जिवें आपां लुट के लगाए सी लियाए सी उवें ही गां लुट के लै गए कोई। इवें गुरु साहब जी कहते हौमे च ही आपां खटदे ते हौमे विच ही गवाया जाता है। हौमे विच सचियार कूड़ आर, हौमे विच सचियार मैं सच्चा, मेरे वर्गा कोई सच्चा नहीं। आप सारे कहने हैं, कोई एक दी गल नहीं। हौमे दे विच मैं आ कम कीता सच्चा, मैं आ कम कीता, मैं सच्चाई ते चलदा, मैं बड़ा सच्चा, लोग झूठे ने। हौमे दे विच ही बंदा कहंदा फिरदा असी आ दुनिया वास्ते कर दिता, परिवार वास्ते कर दिता, ओ कर दिता। गुरु साहब जी कहंदे जितना चिर जीव मेर तेर वाली हदबंदी विच लोकां दियां नज़रां विच कदे सच्चा ते कदे झूठा। गुरु साहब जी कहंदे ने कदे ते दुनिया नूं सच्चा हो के बनाउंदे। ਜਿਹੜੇ ਬੰਦੇ ਦਾ ਕਿਰਦਾਰ ਪਹਿਲਾਂ ਤੋਂ ਮਾੜਾ ਹੈ, ਭਾਵੇਂ ਦੁਨੀਆ ਨੂੰ ਸੋਨੇ ਦਾ ਬਣਾ ਬਣਾ ਕੇ ਦਿਖਾਈ ਜਾਵੇ ਵੀ ਮੈਂ ਹੁਣ ਸੋਨਾ ਬਣ ਗਿਆ, ਮੈਂ ਸੱਚ ਬਣ ਗਿਆ, ਦੁਨੀਆ ਉੱਥੇ ਹੀ ਰਹਿੰਦੀ। ਦੁਨੀਆ ਕਹਿੰਦੀ ਵੀ ਨਹੀਂ, ਦੁਨੀਆ ਉੱਥੇ ਹੀ ਰਹਿੰਦੀ, ਕਹਿੰਦੀ ਨਹੀਂ ਵੀ ਯਕੀਨ ਨਾ ਕਰਿਆ ਜੋ। ਤੇ ਜਿਹੜੇ ਜੇ ਸਚਿਆਰ ਭਰਿਆ ਪ੍ਰਮਾਤਮਾ ਨੇ ਉਹ ਸਚਿਆਰਾ ਹੀ ਰਹਿਣਾ। ਉਹਨੂੰ ਲੋਕੀ ਕੋਸ਼ਿਸ਼ ਵੀ ਕਰਨ ਝੂਠਾ ਬਣਾਉਣ ਦੀ। ਅੱਜ ਜ਼ਿਆਦਾਤਰ ਪਤਾ ਕਾਹਦੀ ਲੜਾਈ ਚੱਲ ਰਹੀ ਹੈ? ਸੱਚ ਨੂੰ ਝੂਠ ਬਣਾਓ ਤੇ ਝੂਠ ਨੂੰ ਸੱਚ ਬਣਾਓ। ਅੱਜ ਦੀ ਜਿਹੜੀ ਲੜਾਈ ਸਾਰੇ ਦੁਨੀਆ 'ਚ ਹੀ ਇਹ ਚੱਲ ਰਹੀ ਹੈ ਵੀ ਜਿਹੜਾ ਮੈਂ ਮਾੜੇ ਕਰਮ ਕੀਤੇ ਨੇ ਮੇਰੇ ਸੱਚ ਬਣਾ ਦਿਓ, ਤੇ ਜਿਹੜੇ ਮੈਂ ਝੂਠੇ ਕੀਤੇ ਨੇ ਉਹਨਾਂ ਨੂੰ ਸੱਚ ਬਣਾ ਦਿਓ। ਜਾਣੀ ਕਿ ਸੱਚ ਨੂੰ ਝੂਠ ਕਰ ਦਿਓ ਤੇ ਝੂਠ ਨੂੰ ਸੱਚ ਬਣਾ ਦਿਓ। ਇਹ ਸਿਸਟਮ ਚੱਲ ਰਿਹਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਹਉਮੈ ਵਿੱਚ ਹੋ ਰਿਹਾ। ਹਉ ਵਿੱਚ ਸਚਿਆਰ, ਹਉ ਵਿੱਚ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ। ਹੁਣ ਹਉ ਵਿੱਚ ਹੀ ਪਾਪ ਕਰੀ ਜਾਂਦਾ ਤੇ ਹਉ ਵਿੱਚ ਹੀ ਪੁੰਨ ਕਰੀ ਜਾਂਦਾ। ਪਾਪ ਦਾ ਮਤਲਬ ਇਹ ਹੈ ਆਪਾਂ ਕਹਿੰਦੇ ਵੀ ਫਲਾਣੇ ਨੇ ਬੜੇ ਪਾਪ ਕੀਤੇ, ਮੈਂ ਨਹੀਂ ਕਰਦਾ ਬਈ। ਆਪਾਂ ਤਾਂ ਰੱਬ ਕੋਲੋਂ ਵੀ ਮੁੱਕਰ ਜਾਂਦੇ, ਰੱਬ ਕੋਲੋਂ ਵੀ ਮੁੱਕਰ ਜਾਂਦੇ ਆ। ਆਪਾਂ ਕਿਤੇ ਕਹਿੰਦੇ ਰੱਬਾ ਨਹੀਂ, ਰੱਬਾ ਮੈਂ ਬੜੇ ਸੋਹਣੇ ਕੰਮ, ਭਾਵੇਂ ਮਾੜੇ ਕੀਤੇ ਹੋਣ, ਬਹੁਤ ਅੱਤ ਮਾੜੇ ਕੰਮ ਕੀਤੇ ਹੋਣ, ਅਸੀਂ ਤੇ ਰੱਬ ਕੋਲ ਵੀ ਆਣ ਕੇ ਕਹਿੰਦੇ ਅਸੀਂ ਤਾਂ ਬੜੇ ਸੁੱਚੇ ਸੱਚੇ ਹਾਂ ਬਈ। ਤੇ ਪਰ ਗੁਰਬਾਣੀ ਦਾ ਫੈਸਲਾ ਵੀ ਪਾਪੀ ਪਾਪ ਕਮਾਉਣ ਦੇ ਕਰਦੇ ਹਾਏ ਹਾਏ। ਉਹ ਲੋਕਾਂ ਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ, ਲੋਕਾਂ ਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਵੀ ਤੂੰ ਪਾਪ ਕੀਤੇ ਕਿ ਨਹੀਂ ਕੀਤੇ। ਇੱਥੇ ਹੀ ਪਤਾ ਚੱਲ ਜਾਂਦਾ ਹੈ ਵੀ ਪਾਪ ਕੀਤੇ ਕਿ ਨਹੀਂ ਕੀਤੇ, ਕਿਉਂਕਿ ਦੁੱਖਾਂ ਦਾ ਬੀਜ ਕਿਹੜਾ? ਪਾਪ। ਹੁਣ ਆਪਾਂ ਜਿਹੜਾ ਬੀਜ ਬੀਜਾਂਗੇ ਉਹੀ ਫਸਲ ਹੁੰਦੀ ਬਾਹਰ। ਆਪਾਂ ਹੁਣ ਝੋਨਾ ਲਾਇਆ, ਝੋਨਾ ਹੀ ਵੱਢਾਂਗੇ। ਕਿਸੇ ਨੇ ਬਾਸਮਤੀ ਲਾਈ, ਬਾਸਮਤੀ ਵੱਢੇਗਾ। ਕਿਸੇ ਨੇ ਪੱਠੇ ਲਾਏ, ਪੱਠੇ ਵੱਢੇਗਾ। ਜਿਹੜੀ ਫਸਲ ਆਪਾਂ ਲਾਈ ਉਹੋ ਹੀ ਵੱਢਾਂਗੇ, ਉਹੋ ਹੀ ਪਤਾ ਲੱਗ ਜਾਣਾ ਸਾਰੀ ਦੁਨੀਆ ਨੂੰ। ਪਾਪ ਕੀਤੇ ਆਪਾਂ ਕਹਿੰਦੇ ਪਾਪ ਮੈਂ ਕੀਤੇ ਹੀ ਨਹੀਂ, ਪਾਪ ਕਿਤੇ ਗੁੱਝਾ ਥੋੜਾ ਰਹਿੰਦਾ। ਗੁਰਮੁਖ ਪਿਆਰੋ, ਪਰਮਾਤਮਾ ਦੀ ਬਾਣੀ ਸਾਨੂੰ ਸਮਝਾਉਣਾ ਕਰਦੀ ਹੈ ਕਿ ਹਉਂ ਦੇ ਵਿੱਚ ਤੂੰ ਪਾਪ ਕਰੀ ਜਾਂਦਾ ਵੀ ਮੇਰੇ ਕੋਲ ਆ ਜੇ, ਮੇਰੇ ਕੋਲ ਆ ਕੁਛ ਆ ਜੇ। ਪਾਪ ਅਸੀਂ ਕਰੀ ਜਾਂਦੇ, ਪਰ ਅਸੀਂ ਕਹਿੰਦੇ ਰੱਬ ਨੂੰ ਵੀ ਕਹਿੰਦੇ ਪਤਾ ਨਾ ਲੱਗੇ। ਉਹ ਰੱਬ ਦਾ ਤਾਂ ਕੈਮਰਾ ਹੀ ਤੇਰੇ ਹਿਰਦੇ ਦੇ ਉੱਤੇ ਫਿੱਟ ਹੈ, ਤੇ ਰੱਬ ਨੂੰ ਤੇ ਪਤਾ ਹੀ ਹੈ ਵੀ ਇਹ ਕੀ ਕਰਦਾ ਫਿਰਦਾ, ਕਿੱਧਰ ਨੂੰ ਜਾਂਦਾ, ਕੀ ਕਮਾਉਂਦਾ। ਦੁਨੀਆ ਨੂੰ ਤੇ ਪਤਾ ਨਾ ਲੱਗੇ, ਭਾਵੇਂ ਸ਼ਾਇਦ ਥੋੜਾ ਬਹੁਤ ਨਾ ਪਤਾ ਲੱਗੇ, ਰੱਬ ਨੂੰ ਤੇ ਪਤਾ ਹੀ ਹੈ ਨਾ। ਰੱਬ ਨੂੰ ਤੇ ਰੱਬ ਦੀ ਬਾਣੀ ਕਹਿੰਦੀ ਰੱਬ ਨੂੰ ਤੇ ਪਤਾ ਹੀ ਹੈ। ਤੇ ਹਉਮੈ ਵਿੱਚ ਕਰਦਾ ਆਪਣੇ ਆਪ ਨੂੰ ਪ੍ਰਫੁੱਲਤ ਕਰਨ ਵਾਸਤੇ, ਆਪਣੇ ਆਪ ਨੂੰ ਉੱਚਾ ਕਰਨ ਵਾਸਤੇ ਪਾਪ ਕਰਦੇ। ਆਪਾਂ ਕਹਿੰਦੇ ਫਲਾਣੇ ਬੰਦੇ ਨੇ ਬਾਈ ਇੰਨਾ ਪਾਪ ਕੀਤਾ, ਇਹ ਨਹੀਂ ਸੀ ਕਰਨਾ ਚਾਹੀਦਾ। ਆਹ ਪਾਪ ਜਿਹੜਾ ਕਰਦੇ ਨੇ ਕਈ ਤਾਂ ਹੱਦਾਂ ਹੀ ਟੱਪ ਜਾਂਦੀਆਂ ਨੇ। ਪੈਸੇ ਬਦਲੇ, ਧੰਨਵਾਦ ਬਦਲੇ, ਕਿਸੇ ਦਾ ਬੱਚਾ ਕਿਫਨ ਕਰ ਦੇਣਾ, ਬਾਅਦ ਵਿੱਚ ਫਰੌਤੀ ਨਾ ਮਿਲੀ ਉਹਨੂੰ ਮਾਰ ਦੇਣਾ, ਦਿਨ ਦਿਹਾੜੇ ਲੁੱਟੀ ਜਾਣਾ। ਪਾਪ, ਇਹ ਪਾਪ ਹੀ ਸਾਰੇ। ਕੁਛ ਪਾਪ ਹੁੰਦੇ ਨੇ ਮਨ ਵਿੱਚ ਸੋਚ ਲੈਣੇ ਵੀ ਮੇਰੇ ਗਵਾਂਢੀ ਦਾ ਕਾਰੋਬਾਰ ਛੇਤੀ ਨਸ਼ਟ ਹੋ ਜਾਏ ਤੇ ਇਹ ਗਵਾਂਢੀ ਚਲੇ ਜਾਏ, ਥਾਂ ਮੈਨੂੰ ਮਿਲ ਜੇ।
ये जगह मैनू मिल जावे, ये भी पाप है, ये पाप है, ये पाप नहीं। तो होमे च करता है बंदा। तो गुरु साहब जी कहते पुण्य विचार होमे दे विच ही पुण्य करी जांदा है। मैं इन्ना कुछ दुनिया नूं देता, मैं आ कर दिता, ओ कर दिता, ये भी होमे दा रोग ही है। होमे दा रोग नहीं, ये भी होमे दा रोग ही है। तो गुरु साहब जी ने सानू समझाउणा कि सारा कुछ आप होमे च करते हैं। होमे विच पाप पुण्य विचार, ये पुन्ना की गिणती करता रहिंदा, विचारदा रहिंदा, सोचदा करदा भी मैं बड़े भले काम कीते, मैं बड़े माड़े काम कीते। ये सारा कुछ गिनती करता रहिंदा है सवेर तो लैके शाम तक। मैं किन्ना किन्ना नूं दान कीता, किहड़ा किहड़ा मैं। ये वैसे गुरमुख प्यारो जिहड़े साडे माड़े कर्म कीते ने ना, कदों याद आउंदे ने? जदों बंदा सिमरन करदा उदों रब अंदरों मैल कढ़दा है भी तू फलाने पिछले काम कीते ते तू जे हुण रब दे मार्ग ते चल जा चंगा रह जाएगा। जां जदों बंदे दी मौत आउण लगदी उदों याद आउंदे ने, उदों याद आउंदे ने। पर दुनिया तो पर्दा पाउंदा भी मैं माड़े काम तां कीते नहीं सी, रब ने पता नहीं मेरे नाल की कर दिता। रब ने भी मेरे नाल आ पता नहीं की कर दिता, मैं माड़े को काम तां कीते नहीं सी। रब नूं तू भुलेखे च नहीं पा सकदा, दुनिया नूं पा सकदा। अगे गुरु साहब जी कहंदे हों विच नरक सुरग अवतार। हों विच अवतार दा मतलब इत्थे दुनिया ते आउणा। दुनिया दे विच तू नरक भोगदा है, स्वर्ग भोगदा है दुनिया दे विच, ये भी होमे विच ही। मैं आखां तां मर गया, तू आखां तां तर गया। जे तां बिल्कुल बिल्कुल तू अपने मनुखा जन्म नूं समझ लिया कि मेरा मनुखा जन्म परमात्मा ने काहदे वास्ते दिता है, तो स्वै वर्ग तेरी जिंदगी होएगी। जे तू सिर्फ अपने शरीर नूं ही सारा कुछ समझ लिया कि मेरा शरीर इहदे वास्ते मैं जो मर्जी करा, फिर नरकां दी जिंदगी इस दुनिया ते तू झेल के जाएंगे, नरकां दी जिंदगी। ते स्वर्ग नरक गुरबाणी सानू यही समझाउणा करदी कि इत्थे है। स्वर्ग नरक कोई गां नहीं मिलने। गां ते जे असी माड़े कर्म करके गए तो अगला सानू जन्म उहो जिहा मिलना। जे असी चंगे कर्म करके गए तो रब ने जन्म मरण के सारे गेड़ कट देने ने। मनुखता वाली ड्यूटी असी करके गए, रब का नाम ध्याया, अपने फर्ज नूं पछाणिया। तो गुरु साहब जी कहते भाई इस दुनिया के उत्ते लोग अपने आप नूं रब अपना एक रूप ना करन करके कदे नरक विच पैंदा है ते कदी सुरग विच पैंदा है। भी रब नूं समझदा नहीं, रब नूं समझदा नहीं। रब दा तां ज्ञान ही है, रब नूं की समझना, रब दा ज्ञान ही हासिल करना है, सत्संग दे विच मिलना है, उथों ज्ञान आउणा है ते रब बारे तैनूं पहचान आउणी है, ते रब दे प्रथाएं कर्म करने ने। ते रब दे प्रथाएं जे तू कर्म करेंगा तो रब भी तेरे ते चढ़दी कला वाला तेरा जीवन बनाएगा। अगे गुरु साहब जी कहते हाँ विच हसे हाँ विच रोवै। आपां सारिआं नूं पता है हर एक घर दे विच खुशी आउंदी ते हर घर दे विच रोना पैंदा है। अज मेरा अपने घरे जन्म होया, पुत ने जन्म लिया, यानी कि अगे पैदाइश हुई, बड़े हसदे हैं, ओह ही कई बार रोना पै जाता है भी मेरा होंद दे विच लख खुशियां पातशाहियां जे सतगुर नदर करे। असी खुशियां दे विच नचदे टपदे उसे घरे रोना हुंदा है। कई बार तो गुस्ताखी माफ़ करना परमात्मा ना करे, थोड़े समय दे विच ही हालात बदल जाते हैं। थोड़े दे हालात ही जिमें खुशी मनाउंदे मनाउंदे कई गोलियां चल जांदियां, किसी को अटैक हो गया। ये कोई जरूरी नहीं है भी खुशी ने तब्दील होना तो वो आपां करनी है।
वो करते ने करनी है परमात्मा ने। कई बार रंग च कहते ना भंग पै गई, रंग दे विच भंग पै गई। कई बार हुंदा है खुशी, बंदा बड़ा खुशी हुण बंदा बिल्कुल सही तरीके दे नाल आपां भी चल रहे हैं, आपां नूं एक सकिंट दे विच, सकिंट तां बड़ा दूर है, थोड़े समय दे विच ही आपां नूं कोई दुख तकलीफ हो जाए, अपना मन किस तरह दा। कई बार अपना मन बड़ा खुशी, आपां नूं चीज़ां मिल रहीआं ने, बड़ा खुश हुंदा है, ते कई बार उहो ही मन दुखी हुंदा है। आपां कहने ना कई बार किसी बंदे नाल गल करनी होवे, पहलां उहदा मूड वेखो किस तरह दा है। जे तां उहदा खुश मूड है, इस तरीके दे नाल एक कहानी बनाई हुई दुनिया ने कि कोई राजा सी ते उहदे कोल कोई गोली काम करदी सी, घर दा काम करदी जां जिस तरह मर्जी, पर जिहड़ा उहदा बच्चा सी गोली दा, वो नखट्टू सी। नखट्टू मतलब भी उहनूं कोई दुनिया दीन दा पता नहीं सी, काम करन दा दिमाग इन्ना नहीं सी, थोड़ा बहुत चीज़ां दा पता सी। वो राजे नूं हुण पुत्तर उहदा जवान हो गया गोली दा, वो राजे नूं कहंदी भी ये मेरे पुत्तर नूं भी इत्थे किते नौकरी रख ला। वो कहंदे भी नौकरी करन दे लायक नहीं है, क्योंकि उहदा दिमाग नहीं ना काम करदा, वो मूर्खता ही दिमाग है, तो मैं कित्थे रख ला। वो कहंदा किते ना किते आपां कहने ना, आपां कई बार किसी वड्डे बंदे नूं कहने आ जां किसी नूं, इहनूं किते ना किते एडजस्ट, जिस तरह दा बंदा एडजस्टमेंट कर लो भी, आपां किते भी चलो इन्ने क जोगा ते इन्ना क काम कर लेगा, इनू इत्थे कर लो। पढ़े लिखे ने पढ़े लिखे वाला काम करना, दिमागी बंदे ने दिमागी वाला, उनकी तो मंग बहुत ज़्यादा रहिंदी है। जिहड़ा पढ़िया लिखिया दिमाग ज़्यादा है, उन्होंने तो बड़ियां बड़ियां कंपनियां मिंटो मिंटी लै जांदियां ने अज भी। वो कहंदा चल फिर ठीक इंज करो भी आ जिहड़ा घोड़ियां दा तबेला है, इहदे विच इहनूं नौकर चलो कूड़ा बाड़ा वगैरह सिੱਟੀ फिरेगा, काम इहनूं दे दिंदे आ। वो काम करन लग पिया। जिहड़े दूजे बंदे कर्मचारी सी, उन्हां दी तनख्वाह किसी दी 500, किसी दी 1000, किसी दी 2000, उन्होंने गुजारे जोगा कोई 100-50 रुपये दे देने, शाम को खा पी के घरे चले जाना। हुण वो अपनी माता नूं कहंदा, इन्ना कुछ दिमाग काम करदा सी, अपनी माता नूं कहंदा भी दुनिया नूं देखो किन्नी तनख्वाह दिंदे, बड़ियां चीज़ां लैके आउंदे ने खाण पीण वालियां, इन्ना कुछ दिमाग काम करदा सी, ते मेरा तनख्वाह नहीं वधाउंदा वो राजा भी, मैनूं तो 100-50 रुपये दिंदा है। वो माता कहंदी भी जिद्दण ना राजे दा मूड चंगा होया ना, खुश होया उदण तू इंज करी राजे नूं पुछी भी मेरी तनख्वाह कदों वधाउणी है, भी दुखियां दुनिया की तनख्वाह तो तू वधाई जाना। वो कारण की बनिया, वो तबेले च रहिंदा सी, ते एक दिन सारे जिहड़े नौकर चाकर दूजे सी, वो किते अपने कारोबार चले गए जां इहनूं बिठा गए भी नाले तू ख्याल रखी, ते नाले आपां कही जाने कई बार बच्चे नूं भी घरे राखी जाने, आपां कहने भी घरे बच्चा तू रह, ख्याल रखी, कोई माल डंगर ना खुल जे, जां कोई इस तरह का कोई बंदा आउंदा ते उहनूं दसी भी घरे नहीं है। हुण इन्ना दिमाग ते इहदा काम नहीं सी करदा। वो की होया, रावण मस्ती दे विच सौ गया जां पै गया, ते वो घोड़े सी जिहड़े वो कोई चोर लै गया जां कोई डाकू लै गया, पता लग गया भी अज इत्थे तबेले दे विच आही है, आही बंदा है, ते आपां लै चलीए। वो लै गए। वो राजे ने किते जाना सी, ते कहंदा भी लियाओ घोड़े ते जाना सी राजे ने, कहंदा लियाओ भी काठियां लियाओ, आपां घोड़ियां नूं पाईए। ते जदों वेख्या ते घोड़े है ना, ते आवाज़ मारी भी जाना फलाने थां ते वो जिहड़ा नौकर रखिया सी, जिहदा दिमाग नहीं सी काम करदा, वो जदों राजे ने कहा मैं फलाने थां ते जाना, ते दवा दव काठी चक के लिया, घोड़े तो बाहर है ना, घोड़े है ना तबेले दे विच, काठी लैके ते कहंदा भी घोड़े कित्थे ने, कहंदा जी घोड़ियां दा नहीं मैनूं पता, ते काठी पाओ। वो हस पिया राजा हस पिया भी जो घोड़े जने तो काठी किंदे पावांगे। उस टाइम ही फटाफट उन्हें कहा भी राजा हस पिया, कहंदा जी मेरी तनख्वाह कदों वधावांगे, मेरी तनख्वाह कदों तुसीं वधाओगे। उस टाइम ही वो राजे ने कहा भी घोड़े जिहड़ा तू काम करदा ना, मेरा जी करदा भी तेरे बर्बाद कर दें, भी तेरे कोलों घोड़े तो कोई चरा के ले गया तेरे सामने ही,
ਉਹ ਤੈਨੂੰ ਪਤਾ ਨਹੀਂ ਲੱਗਿਆ, ਦਿਮਾਗ ਘੱਟ ਕੰਮ ਕਰਦਾ ਸੀ ਨਾ। ਵੀ ਖੁਸ਼ ਹੋਇਆ, ਤੇ ਜੋ ਉਹਦੀ ਮਾਤਾ ਨੇ ਕਿਹਾ ਸੀ ਵੀ ਜਦੋਂ ਰਾਜਾ ਖੁਸ਼ ਹੋਇਆ, ਵੀ ਰਾਜਾ ਤਾਂ ਖੁਸ਼ ਹੋਇਆ ਵੀ ਘੋੜੇ ਤਾਂ ਹੈ ਨਹੀਂ ਤੇ ਕਾਠੀ ਕਿੱਥੇ ਪਾਉਣੀ ਹੈ। ਤੇ ਗੁਰਮੁਖ ਪਿਆਰਿਓ, ਕਈ ਵਾਰ ਬੰਦੇ ਦਾ ਮੂਡ ਦੁਖੀ, ਇੱਕ ਸਕਿੰਟ 'ਚ ਦੁਖੀ ਹੋ ਜਾਂਦਾ। ਪਹਿਲਾਂ ਬੰਦਾ ਖੁਸ਼ ਹੁੰਦਾ, ਉਹਦਾ ਕਾਰੋਬਾਰ ਨਸ਼ਟ ਹੋ ਗਿਆ, ਕਾਰੋਬਾਰ ਖਤਮ ਹੋ ਗਿਆ, ਜਾਂ ਕੋਈ ਘਰ ਦੇ ਵਿੱਚ ਕੋਈ ਦੁਰਘਟਨਾ ਹੋ ਗਈ, ਉਹਦਾ ਮਨ ਕਈ ਵਾਰ ਕਿਸ ਤਰ੍ਹਾਂ। ਆਪਾਂ ਹੁਣ ਜਿਹੜੇ ਦੁਖੀ ਬੰਦੇ ਨਾਲ ਉਹੋ ਜਿਹੀ ਗੱਲ ਕਰਦੇ ਨਾ ਵੀ ਬੰਦੇ ਦਾ ਮਨ ਦੁਖੀ ਹੈ, ਮਨ ਦੁਖੀ ਹੈ, ਇਹਦੇ ਨਾਲ ਉਸ ਤਰ੍ਹਾਂ ਦੀ ਗੱਲ ਕਰੋ। ਤੇ ਗੁਰਮੁਖ ਪਿਆਰਿਓ, ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਹਉਮੈ ਵਿੱਚ ਹੀ ਆਪਾਂ ਹੱਸਦੇ ਹਾਂ ਤੇ ਹਉਮੈ ਵਿੱਚ ਹੀ ਰੋਂਦੇ ਹਾਂ। ਹਉ ਵਿੱਚ ਹੱਸੈ, ਹਉ ਵਿੱਚ ਰੋਵੈ। ਇਹ ਬੰਦਾ ਇਸ ਤਰ੍ਹਾਂ ਕਰਦਾ ਹੈ ਵੀ ਮੇਰਾ ਸੀ ਤੇ ਮੈਂ ਹੱਸ ਪਿਆ, ਵੀ ਮੇਰੇ ਕੋਲ ਬੜੀਆਂ ਖੁਸ਼ੀਆਂ ਆ ਗਈਆਂ, ਮੇਰਾ ਕੁਛ ਗਵਾਚ ਗਿਆ ਤੇ ਮੈਂ ਰੋਂਦਾ ਫਿਰਦਾ। ਸਾਰੀ ਜ਼ਿੰਦਗੀ ਗਵਾ ਲਈਏ ਤਾਂ ਵੀ ਆਪਾਂ ਰੋਂਦੇ ਫਿਰਦੇ ਹਾਂ। ਹਉ ਵਿੱਚ ਭਰੀਐ ਹਉ ਵਿੱਚ ਧੋਵੈ। ਹਉ ਵਿੱਚ ਭਰੀਏ ਦਾ ਮਤਲਬ ਹਉ ਦੇ ਵਿੱਚ ਆਪਾਂ ਸਾਰੇ ਪਾਪ ਇਕੱਠੇ ਕਰਕੇ ਆਪਣੇ ਮਨ ਵਿੱਚ ਭਰੀ ਜਾਂਦੇ। ਭਰੀਐ ਮਤ ਪਾਪਾ ਕੈ ਸੰਗ ਧੋਪੈ ਨਾਮੈ ਕੈ ਰੰਗ। ਪਾਪ ਇਕੱਠੇ ਕਰ ਕਰਕੇ ਪਾਪਾਂ ਦੀਆਂ ਪੰਡਾਂ ਸਿਰ ਤੇ ਚੱਕ ਕੇ ਫਿਰ ਲੈ ਕੇ ਜਾਂਦੇ ਆਪਾਂ ਸੰਸਾਰ ਤੇ। ਤੇ ਗੁਰੂ ਸਾਹਿਬ ਜੀ ਕਹਿੰਦੇ ਉਹ ਵੀ ਹਉਮੈ ਦੇ ਕਰਕੇ ਹੀ ਭਰਦੇ ਆ, ਹਉਮੈ ਦੇ ਕਰਕੇ ਹੀ ਭਰਦੇ ਆ ਤੇ ਹਉਮੈ ਦੇ ਕਰਕੇ ਹੀ ਧੋਣੇ ਆ। ਵੀ ਰੱਬਾ ਮੈਨੂੰ ਵੀ ਚੰਗਾ ਬਣਾ ਦੇ, ਮੈਨੂੰ ਵੀ ਆਹ ਕੁਛ ਕਰ ਦੇ, ਮੇਰੇ 'ਚ ਵੀ ਧੋ ਦੇ। ਬੜਾ ਕੋਸ਼ਿਸ਼ਾਂ ਕਰਦੇ ਆ, ਧੋਣ ਦੀਆਂ ਵੀ ਕੋਸ਼ਿਸ਼ਾਂ ਕਰਦੇ ਆ। ਗੁਰੂ ਸਾਹਿਬ ਜੀ ਕਹਿੰਦੇ ਭਲੇ ਕੰਮ ਕਰਨ ਦੇ ਅਸੀਂ ਤਰੀਕੇ ਲੱਭਦੇ ਫਿਰ ਵੀ ਮੈਨੂੰ ਵੀ ਲੋਕ ਚੰਗਾ ਕਹਿਣ। ਮਨ ਭਾਵੇਂ ਅੰਦਰੋਂ ਮੰਨੇ ਨਾ ਮੰਨੇ, ਮਨ ਅੰਦਰੋਂ ਮੰਨੇ ਭਾਵੇਂ ਨਾ ਮੰਨੇ, ਆਪਾਂ ਕੋਸ਼ਿਸ਼ ਕਰਦੇ ਵੀ ਆਪਾਂ ਭਲੇ ਕੰਮ ਕਰੀਏ। ਗੁਰੂ ਸਾਹਿਬ ਜੀ ਕਹਿੰਦੇ ਹਉਮੈ ਵਿੱਚ ਹੀ ਤੂੰ ਪਾਪ ਭਰੇ ਤੇ ਹਉਮੈ ਵਿੱਚ ਹੀ ਧੋਣ ਦੀ ਕੋਸ਼ਿਸ਼ ਕਰਦਾ। ਹਉਮੈ ਵਿੱਚ ਜਾਤੀ ਜਿਨਸੀ ਖੋਵੈ। ਹਉਮੈ ਵਿੱਚ ਜਾਤੀ ਜਿਨਸੀ, ਵੀ ਹਉਮੈ ਦੇ ਵਿੱਚ ਹੀ ਜਾਤ ਪਾਤ ਦੇ ਤੂੰ ਅਗਮਾਨ ਕਰਦਾ। ਮੈਂ ਕਿਤੇ ਛੋਟੀ ਜਾਤ ਦਾ, ਵੀ ਇਹ ਜਿਹੜੀ ਜਾਤੀ ਪ੍ਰਮਾਤਮਾ ਵੱਲੋਂ ਤਾਂ ਇੱਕ ਮਨੁੱਖਾ ਜਾਤ ਹੀ ਹੈ, ਪਰ ਆਪਣੇ ਗਾਂ ਫਿਰ ਕਾਟਾਗਰੀਆਂ ਮੰਡੀਆਂ ਨੇ। ਮੈਂ ਕਹਿੰਦਾ ਮੈਂ ਬੜੀ ਉੱਚੀ ਜਾਤ ਦਾ ਹੈ। ਹਉਮੈ ਦੇ ਵਿੱਚ ਪ੍ਰਮਾਤਮਾ ਨੇ ਤੈਨੂੰ ਜਨਮ ਦਿੱਤਾ ਹੈ, ਉਸ ਘਰਾਣੇ ਦੇ ਵਿੱਚ ਤੈਨੂੰ ਪ੍ਰਮਾਤਮਾ ਨੇ ਜਨਮ ਦਿੱਤਾ ਹੈ ਜਿਹਦੇ ਵਿੱਚ ਤੂੰ ਜੀ ਰਿਹਾ ਹੈ। ਉਹਦਾ ਦੁਨੀਆ ਦੀਆਂ ਬਣਾਈਆਂ ਨੇ। ਤੇ ਗੁਰੂ ਸਾਹਿਬ ਜੀ ਕਹਿੰਦੇ ਹਉਮੈ ਦੇ ਵਿੱਚ ਜਾਤੀ ਜਿਨਸੀ ਖੋਵੈ। ਵੀ ਹਉਮੈ ਦੇ ਵਿੱਚ ਇਹ ਆਪਣੀ ਉੱਚੀ ਜਾਤ ਹੋਣ ਦੇ ਖਿਆਲ ਵਿੱਚ ਰਹਿੰਦਾ ਹੈ। ਖਿਆਲ ਇਹ ਕਰਕੇ ਮੈਂ ਉੱਚੀ ਜਾਤੀ ਦਾ ਹਾਂ, ਆਪਣਾ ਆਪ ਗਵਾ ਲੈਂਦਾ। ਗੁਰੂ ਸਾਹਿਬ ਜੀ ਕਹਿੰਦੇ ਹਉ ਵਿੱਚ ਜਾਤੀ ਜਿਨਸੀ ਖੋਵੈ। ਆਪਣਾ ਮਨੁੱਖਾ ਜਨਮ ਗਵਾ ਕੇ ਜਾਤ ਮੈਂ ਬੜੀ ਉੱਚੀ ਜਾਤ ਦਾ ਹਾਂ, ਮੇਰੇ ਵਰਗਾ ਤਾਂ ਕੋਈ ਬੰਦਾ ਹੀ ਨਹੀਂ ਦੁਨੀਆ 'ਚ। ਆਪਾਂ ਸਾਰੇ ਕਹਿੰਦੇ ਕੋਈ ਮਾੜੀ ਮੋੜ ਜਾਤ ਦਾ ਹੈ, ਕੋਈ ਮਾੜੇ ਮੋੜ ਘਰਾਣੇ ਦਾ ਮੈਂ ਬੰਦਾ। ਇਹਦੇ ਵਿੱਚ ਹੀ ਗੁਰੂ ਸਾਹਿਬ ਜੀ ਕਹਿੰਦੇ ਆਪਣੀ ਮਨੁੱਖਾ ਜਨਮ ਗਵਾ ਲੈਂਦਾ। ਹਉ ਵਿੱਚ ਮੂਰਖ ਹਉ ਵਿੱਚ ਸਿਆਣਾ। ਗੁਰੂ ਸਾਹਿਬ ਜੀ ਕਹਿੰਦੇ ਹਉ ਵਿੱਚ ਆਪਣੀ ਵੱਖਰੀ ਹੋਂਦ ਵਿਚਾਰ ਦੀਵਾਰੀ ਦੇ ਅੰਦਰ ਲੋਕਾਂ ਦੀ ਨਜ਼ਰ ਵਿੱਚ ਕਦੇ ਮੂਰਖ ਗਿਣਿਆ ਜਾਂਦਾ ਹੈ, ਵੀ ਮੂਰਖਤਾਈਆਂ ਕਰਦਾ ਹੈ, ਕਰਮ ਕਰਦਾ ਹੈ। ਹਉਮੈ ਦੇ ਵਿੱਚ ਜਿਹੜੇ ਨਹੀਂ ਸੀ ਕਰਨ ਵਾਲੇ ਉਹ ਵੀ ਕਰਦਾ। ਹੁਣ ਗੁਰਮੁਖ ਪਿਆਰੋ, ਹਉਮੈ ਦੇ ਵਿੱਚ ਹੀ ਆ ਦੇਖੋ, ਆਪਾਂ ਰੋਜ਼ਾਨਾ ਦੇਖਦੇ ਹਾਂ, ਆਪਾਂ ਸਾਰੇ ਹੀ। ਅੱਜ ਜਦੋਂ ਬੱਚਾ ਨਵਾਂ ਕੋਈ ਸੰਦ ਸਿੱਖਦਾ ਹੈ, ਨਵਾਂ ਕੋਈ ਮਸ਼ੀਨਰੀ ਸਿੱਖਦਾ ਹੈ, ਉਹਦਾ ਅੰਤ ਲੈਣਾ ਚਾਹੁੰਦਾ ਵੀ ਕਿੰਨੀ ਕੁ ਭੱਜਦੀ ਹੈ। ਹਉਮੈ ਦੇ ਵਿੱਚ ਮੈਂ ਭਜਾ ਕੇ ਮੈਂ ਫਿਰ ਦੱਸਾਂਗਾ ਲੋਕਾਂ ਨੂੰ ਵੀ ਮੈਂ ਨਾ 120 ਤੇ ਲੈ ਗਿਆ ਸੀ ਮੋਟਰਸਾਈਕਲ, ਮੈਂ 200 ਤੇ 250 ਤੇ ਮੈਂ ਮਸ਼ੀਨਰੀ ਨੂੰ ਲੈ ਗਿਆ ਸੀ, ਤੇ ਆਊਟ ਆਫ ਕੰਟਰੋਲ ਹੋ ਜਾਂਦੀ। ਤੇ ਮੁੜ ਕੇ ਕਹਿੰਦਾ ਆ ਮੈਂ ਮੂਰਖਤਾ ਹੀ ਕੀਤੀ, ਇੰਨਾ ਭਜਾਉਣਾ ਕਾਹਦੇ ਵਾਸਤੇ ਸੀ, ਮੈਂ ਜਾਣਾ ਤੇ 2-4 ਕਿਲੋਮੀਟਰ ਸੀ। ਮੂਰਖਤਾ ਵਾਲੇ ਕੰਮ, ਇਹ ਇੱਕ ਛੋਟੀ ਜਿਹੀ ਉਦਾਹਰਨ ਹੈ। ਮੂਰਖਤਾ ਵਾਲੇ ਕੰਮ ਤੇ ਲੋਕ ਮੂਰਖ ਕਹਿੰਦੇ ਨੇ, ਮੂਰਖਾ ਆਹ ਕੰਮ ਕਿਉਂ ਕੀਤਾ। ਤੇ ਹਉ ਵਿੱਚ ਹੀ ਸਿਆਣਾ ਬਣਦਾ ਹੈ, ਹਉਮੈ ਵਿੱਚ ਹੀ ਸਿਆਣਪਾਂ ਗਣਾਉਂਦਾ ਲੋਕਾਂ ਨੂੰ, ਮੂਰਖ ਤੋਂ ਸਿਆਣਾ ਬਣਦਾ ਹੈ ਵੀ ਮੇਰੇ ਵਰਗਾ ਕੋਈ ਸਿਆਣਾ ਨਹੀਂ ਹੈ, ਮੈਂ ਬਹੁਤ ਸਿਆਣੇ, ਮੈਂ ਤਾਂ ਇਸ ਤਰ੍ਹਾਂ ਦੇ ਕੰਮ ਕਰਦਾ
मेरे वर्गे चंगे काम कोई कर नहीं सकता। मेरी सोचन शक्ति बड़ी तगड़ी है। सियाणपां ते गुरबाणी का हुक्म है, ना को मूर्ख ना को सियाणा, एक है वरते प्रभ का भाणा। इको परमात्मा का भाणा वरतिया। जदों असीं मूर्खता वाले काम करते हैं, असीं कहने पता नहीं रब ने मेरे तो की करवा दिता। जदों असीं सियाणे काम करते, चंगे कर्म करते, उदों कहने अपनी स्टैंप हत्थ विच फड़ी हुंदी है, मैं वेख्या किड्डा चंगा वधिया काम कीता मैं। ते गुरबाणी कहंदी बंदिया तेरे वस दी गल नहीं, चंगे काम भी तेरे तो रब ही कराउंदा है, माड़े भी तेरे तो ही कराउंदा है। गुरमुख लादा मानो गवाया, तुद आप विछोड़िया आप मिलाया। रब दी बाणी ते कहंदी तेरे वास्ते गल ही कोई नहीं, पर चंगे कामां ते साडे वास्ते स्टैंप हुंदी है, माड़े कामां ते आ मूर्खताई वाले काम कर दिते, ये रब्बा तूं करवा दिते। ते गुरु साहब जी कहंदे करदे होमे विच ही है। मोख मुक्त की सार ना जाना, कदी सियाणा बनदा कदी मूर्ख बनदा। ते गुरु साहब जी कहंदे पर ये मूर्ख समझिया जावे अपने सियाणा जद तक हदबंदी विच बझा होया है, इस हदबंदी तो बाहर ये अपनी मुक्ति नहीं लभ सकता, अपनी मुक्ति नहीं लभ सकता। भी मुक्ति गुरु साहब जी कहंदे मोख मुक्त की सार ना जाना, उनके बारे तो जानता ही नहीं भी सारा कुछ मेरे तो परमात्मा करवा रहा है, तो मैं परमात्मा का धन्नवाद करा जे मैं चंगे कर्म करदा है, मैनू चंगे मार्ग सच्चे मार्ग चलदे आ उस्तत करे जहान, भी परमात्मा मेरे तो करवा रहा है। तो गुरु साहब जी कहते इन्हां चीज़ों का मोख मुक्त की सार ना जाना, ज्ञान ध्यान किछ कर्म ना जाना, सार ना जाना तेरी। ना तो सानू ज्ञान है ना ध्यान है, ना असी कर्म ही करते तेरे मुताबिक। तो गुरु साहब जी कहते मोख मुक्ति की सार ना जाना, कहते कदी सियाणा बनता कदी मूर्ख बनता, पर इस हदबंदी तो बाहर होने दे पा मोख मुक्ति की समझ नूं इहदे विच पैंदी नहीं बंदे दे, जे पै जावे फिर तो पार उतारा हो जाना है। अगे गुरु साहब जी कहते हौं विच माया हौं विच छाया, हौं विच रब तो विछड़ के माया के हालातों में जूझदा है। वेख्या मेरे को कितनी माया, मेरे को ढेर लगे, मैं इंज कर देंगा मैं उंज कर देंगा, मैं तो दुनिया नूं पलट सकदा, जिवें अडानी अबानी कर रहे ने ना। तो गुरु साहब जी कहंदे हौं विच माया हौं विच छाया, ये माया की छाया का प्रभाव परमात्मा तो विछड़दा किंदे करके, माया करके। हुण मैनू की लोड़ है रब दे घरे जाण दी, रब दे घरे वो जाण जिन्हां नूं कुछ मिलिया नहीं, रब ने दिता नहीं। आपां बहुते ज़्यादा कई गुरमुख प्यारे ने समा बहुत हुंदा तो उन्होंने कहीदा ओए आपां नूं रब दे घरे जाण दी की लोड़ है, रब तां घरे ही ध्यालीदा है, रब तां अपने अंदर ही है, रब तां अपने अंदर ही है। समझो उल्टा ज्ञान दिंदे ने दूसरे लोगों नूं भी रब इस करके तो रब नूं ध्याउणा काहदे वास्ते, मनुखा जीवन सफल करने वास्ते। मन बेचा सतगुर के पास ते सेवक के कारज रस, मनुखा जन्म सफल पैसे करके नहीं, प्रॉपर्टी करके नहीं, पदार्थों करके नहीं। ये तो आउंदे जांदे रहने ने, ये तो जो साडे जीवन च परमात्मा ने देने ने वो दे ही जाने ने। वड्डे वड्डे राजे घूमण रोंदे गए नाम तो बिना, तृष्णा की अगन उन्हां दी नहीं बुझी। वड्डे वड्डे राजे घूमण, आ हुण बादल है 93 साल का होने वाला है, तो मैनू कहता मुख्यमंत्री होर बना दिओ। आपां नूं कहंदा है भी मैनू मुख्यमंत्री एक बारी होर बना दिओ, मेरी उम्र वध जाएगी 10 साल, 25 साल तो तू राज कीता ही कीता है। सारे इन्हां राजियां दी कित्थे मुक्कदी है, तृष्णा नहीं मुक्कदी। तो गुरु साहब जी ये समझाउणा करते हैं गरीब नवाज कि हौं विच माया हौं विच छाया, माया के कारण करके होमे छाया आ जाती, जिंदे करके परमात्मा नूं विछड़ जाता है। हौमे कर कर जंत उपाया, हौमे कर करके जंत, जिहो जिहा साडा इत्थे सुभाग होएगा अगला जन्म साडा जीव जंतुआं च भी आउणा है, 84 लाख के गेड़ विच भी पैना है।
जे साडी होमे रही, जेहो जी साडी वासना रही, ਗਿਆਨੀ ਸੰਤ ਮਸਕੀਨ जी ਕਹਿੰਦੇ ਨੇ ਜਿਹੋ जी साडी वासना रही अगला जन्म भी बस ਉਹੀ मिलना है, ਉਹੀ मिलना है अगला जन्म भी। ਜਿਹੋ जी वासना ਦੇ ਤਹਿਤ ਅਸੀਂ ਇਸ ਸੰਸਾਰ ਦੇ ਵਿੱਚ ਮਨੁੱਖਾ ਜੀਵਨ ਜੀ ਰਹੇ ਹਾਂ। ਤੇ ਗੁਰੂ ਸਾਹਿਬ ਜੀ ਕਹਿੰਦੇ ਹਉਮੈ ਕਰ ਕਰ ਜੰਤ ਉਪਾਇਆ, ਜਿਹੋ ਜੀ ਹਉਮੈ ਅਸੀਂ ਕਰਦੇ ਹਾਂ ਉਹ ਜਗ੍ਹਾ ਅੱਗੇ ਜੀਵ ਜੰਤੂ ਪੈਦਾ ਕਰਦਾ ਹੈ ਪ੍ਰਮਾਤਮਾ। ਹਉਮੈ ਬੂਝੇ ਤਾਂ ਦਰ ਸੂਝੇ, ਹਉਮੈ ਬੂਝੇ ਤਾਂ ਦਰ ਸੂਝੇ। ਗੁਰੂ ਸਾਹਿਬ ਜੀ ਕਹਿੰਦੇ ਵੀ ਜੇ ਮੈਂ ਦਾ ਪਤਾ ਲੱਗ ਜਾਵੇ ਤੇ ਫਿਰ ਪ੍ਰਮਾਤਮਾ ਦੇ ਦਰ ਵਿੱਚ ਜਦੋਂ ਰੱਬ ਤੋਂ ਵਿਛੜੇ ਵਾਲੀ ਹਾਲਾਤ ਨੂੰ ਸਮਝ ਲੈਂਦਾ ਹੈ, ਭਾਵ ਜਦੋਂ ਇਸ ਨੂੰ ਸੂਝ ਪੈਂਦੀ ਹੈ ਕਿ ਮੈਂ ਆਪਣੇ ਵਿਖੇਵੇ ਵਾਲੀ ਹੱਦਬੰਦੀ ਵਿੱਚ ਕੈਦ ਹਾਂ, ਰੱਬ ਨਾਲੋਂ ਟੁੱਟਿਆ ਪਿਆ ਹੈ, ਤਦੋਂ ਇਹ ਰੱਬ ਦਾ ਦਰਵਾਜ਼ਾ ਲੱਭਦਾ ਹੈ ਵੀ ਮੈਂ ਕਰਕੇ ਹੀ ਮੈਂ ਤਾਂ ਲੁੱਟਿਆ ਜਾ ਰਿਹਾ, ਮੈਂ ਹਉਮੈ ਹੰਕਾਰ 'ਚ ਹੀ ਮੈਂ ਤਾਂ ਆਪਣਾ ਜ਼ਿੰਦਗੀ ਖਰਾਬ ਕਰ ਰਿਹਾ, ਮੇਰੇ ਵਿੱਚ ਤਾਂ ਕੱਖ ਵੀ ਨਹੀਂ ਹੈ, ਸਭ ਕੁਝ ਰੱਬ ਦਾ। ਫਿਰ ਗੁਰੂ ਸਾਹਿਬ ਜੀ ਕਹਿੰਦੇ ਸੋ ਦਰ ਕੇਹਾ ਸੋ ਕਰ ਕੇਹਾ ਜਿਤ ਬੈ ਸਰਬ ਸੰਭਾਲੈ। ਫਿਰ ਆਉਂਦਾ ਗੁਰੂ ਦੇ ਦਰਵਾਜ਼ੇ 'ਚ ਜਦੋਂ ਮੈਂ ਦਾ ਪਤਾ ਲੱਗ ਜਾਂਦਾ ਹੈ। ਤੇ ਗੁਰੂ ਸਾਹਿਬ ਜੀ ਨੇ ਕਿਹਾ ਹਉਮੈ ਬੂਝੇ ਤਾਂ ਦਰ ਸੂਝੇ, ਗਿਆਨ ਵਿਹੂਣਾ ਕਥ ਕਥ ਲੂਝੈ। ਗਿਆਨ ਵਿਹੂਣਾ, ਜਿਹੜਾ ਗਿਆਨ ਤੋਂ ਬਿਨਾਂ ਹੈ, ਪ੍ਰਮਾਤਮਾ ਦੇ ਗਿਆਨ ਤੋਂ ਬਿਨਾਂ। ਦੁਨੀਆ ਦਾ ਗਿਆਨ ਤਾਂ ਸ਼ਾਇਦ ਉਹਨੂੰ ਬਹੁਤ ਹੋਵੇ, ਸ਼ਾਇਦ ਉਹ ਵਕੀਲਾਂ ਜੱਜਾਂ ਨਾਲੋਂ ਵੀ ਉੱਪਰ ਹੋਵੇ, ਸੁਪਰੀਮ ਕੋਰਟ ਦੇ ਜੱਜਾਂ ਨਾਲੋਂ ਵੀ ਜ਼ਿਆਦਾ ਗਿਆਨ ਹੋਵੇ ਉਹਨੂੰ, ਬੜੀਆਂ ਵਕਾਲਤਾਂ ਕਰਦਾ ਹੋਵੇ, ਆਪਾਂ ਇਸ ਤਰ੍ਹਾਂ ਕਰ ਲਈਏ, ਇੰਝ ਕਰ ਲਈਏ, ਇਸ ਤਰ੍ਹਾਂ ਕਰ ਲਈਏ, ਫਲਾਨਾ ਕੰਮ ਸੂਤ ਇਸ ਤਰ੍ਹਾਂ ਹੋਣਾ ਹੈ, ਫਲਾਨੇ ਬੰਦੇ ਨੇ ਇਸ ਤਰ੍ਹਾਂ ਦਬਣਾ ਹੈ, ਫਲਾਨੇ ਬੰਦੇ ਨੇ ਇਸ ਤਰ੍ਹਾਂ ਕਰਨਾ ਹੈ, ਫਲਾਨੇ ਬੰਦੇ ਦੀ ਕੁੰਡੀ ਮੇਰੇ ਕੋਲ ਹੈ, ਸ਼ਾਇਦ ਵਕੀਲਾਂ ਨਾਲੋਂ ਵੀ ਜ਼ਿਆਦਾ ਉਹ ਸਲੇਸ਼ਨ ਕੱਢ ਸਕਦਾ ਹੋਵੇ। ਪਰ ਗੁਰੂ ਸਾਹਿਬ ਜੀ ਕਹਿੰਦੇ ਜਦ ਤੱਕ ਇਸ ਗਿਆਨ ਤੋਂ ਸਕਣਾ ਹੈ ਤਦ ਤਾਈਂ ਜ਼ਬਾਨੀ ਗਿਆਨ ਦੀਆਂ ਗੱਲਾਂ ਆਖਾ ਕੇ ਆਪਣੇ ਆਪ ਨੂੰ ਗਿਆਨਵਾਨ ਜਾਣ ਕੇ ਸਗੋਂ ਆਪਣਾ ਅੰਦਰ ਲੂੰਹਦਾ ਹੈ, ਸਾੜਦਾ ਹੈ, ਲੋਕਾਂ ਨੂੰ ਆਪਣਾ ਗਿਆਨ ਦੱਸਦਾ ਹੈ ਤੇ ਲੋਕਾਂ ਤੋਂ ਇਹ ਲੋਕੀ ਉਹਨੂੰ ਕਹਿੰਦੇ ਫਟਕਾਰਾਂ ਪਾਉਂਦੇ ਨੇ ਵੱਡਾ ਗਿਆਨਵਾਨ। ਕੋਈ ਕੰਮ ਸਿਰੇ ਲਾਇਆ, ਕੋਈ ਕੰਮ ਸਿਰੇ ਲਾਇਆ, ਕੋਈ ਕੰਮ ਚੰਗਾ ਕੀਤਾ ਦੁਨੀਆ ਵਾਸਤੇ, ਮਨੁੱਖਤਾ ਵਾਸਤੇ, ਪਰ ਲੋਕਾਂ ਨੂੰ ਬੜੀ ਵਕਾਲਤ ਦੱਸਦਾ ਹੈ, ਲੋਕਾਂ ਨੂੰ ਬੜੇ ਰਾਹ ਦੱਸਦਾ, ਆਪਾਂ ਇੰਝ ਕਰੀਏ ਉਂਝ ਕਰੀਏ। ਤੇ ਗੁਰੂ ਸਾਹਿਬ ਜੀ ਕਹਿੰਦੇ ਫਿਰ ਉਹ ਲੋਕੀ ਮੰਨਦੇ ਨਹੀਂ, ਫਿਰ ਆਪਣੇ ਅੰਦਰੋਂ ਹੀ ਲੂਸਦਾ ਹੈ। ਗਿਆਨ ਲੈਣਾ ਸੀ ਪ੍ਰਮਾਤਮਾ ਦਾ, ਪਰ ਉਹ ਤੇ ਲਿਆ ਨਹੀਂ, ਥਾਂ ਥਾਂ ਤੇ ਟੱਕਰਾਂ ਮਾਰਦਾ ਵੀ ਇੰਝ ਕਰਕੇ ਮੈਂ ਇਸ ਤਰ੍ਹਾਂ ਇੱਥੋਂ ਮੈਨੂੰ ਫਾਇਦਾ ਹੋ ਜਾਏਗਾ। ਗਿਆਨ ਲੈਣਾ ਸੀ ਰੱਬ ਦਾ, ਗਿਆਨ ਕਾ ਬੱਧਾ ਮੰਨ ਰਹੇ ਗੁਰਬਿਨ ਗਿਆਨ ਨਾ ਹੋਏ। ਆਪਣਾ ਗਿਆਨ ਲੋਕਾਂ ਨੂੰ ਦੇਈ ਜਾਂਦਾ ਵੀ ਇਸ ਤਰ੍ਹਾਂ ਕਰੋ, ਇੰਝ ਕਰੋ, ਆਹ ਕਰੋ। ਲੋਕ ਕਹਿੰਦੇ ਅਸੀਂ ਜਾਣਦੇ ਤੈਨੂੰ, ਤੇ ਥਾਂ ਥਾਂ ਤੇ ਟੱਕਰਾਂ ਮਾਰਦਾ ਫਿਰਦਾ। ਤੇ ਅਖੀਰਲੀ ਪੰਕਤੀ ਵਿੱਚ ਗੁਰੂ ਸਾਹਿਬ ਜੀ ਸਾਡੇ ਤੇ ਕਿਰਪਾ ਕਰਦੇ ਨੇ, ਗਿਆਨ ਵਹੂਣਾ ਕਥ ਕਥ ਲੂਝੇ। ਲੋਕਾਂ ਨੂੰ ਸੁਣਾ ਸੁਣਾ ਕੇ ਆਪ ਅੰਦਰੋਂ ਲੂੰਹਦਾ ਰਹਿੰਦਾ ਵੀ ਮੇਰੀ ਲੋਕ ਗੱਲ ਨਹੀਂ ਮੰਨਦੇ। ਗੱਲ ਕਿਉਂ ਮੰਨਣ? ਜੇ ਤੂੰ ਕਰਨੀ ਕਥਨੀ ਦਾ ਪੂਰਾ ਹੋਵੇਂ ਤੇ ਤਾਂ ਹੀ ਤੇਰੀ ਗੱਲ ਕਰਨ। ਆਪ ਜਪੈ ਅਵਰੈ ਨਾਮ ਜਪਾਵੈ, ਤਾਂ ਉਹੀ ਪਰਮਗਤ ਪਾ ਸਕਦਾ ਜਿਹੜਾ ਆਪ ਨਾ ਜਪੇ। ਗੁਰਬਾਣੀ ਚਾਹੁੰਦਾ ਹੈ ਵੀ ਲੋਕਾਂ ਨੂੰ ਤੇ ਸਲਾਹ ਦੇਵੇ ਵੀ ਰੱਬ ਦਾ ਨਾਮ ਜਪੇ। ਤੇ ਗੁਰੂ ਸਾਹਿਬ ਜੀ ਕਹਿੰਦੇ ਜਨਮੇ ਆਵੇ ਜਾਵੇ, ਕਈ ਜਨਮ ਆਉਂਦਾ ਤੇ ਕਈ ਜਨਮ ਜਾਂਦਾ ਹੈ, ਆਪ ਤੇ ਉਹ ਕੰਮ ਕਰਦਾ ਨਹੀਂ। ਤੇ ਗੁਰੂ ਸਾਹਿਬ ਜੀ ਕਹਿੰਦੇ ਫਿਰ ਇਸ ਤਰ੍ਹਾਂ ਉਹ ਲੂਸਦਾ ਰਹਿੰਦਾ ਇਸ ਦੁਨੀਆ ਤੇ। ਅੱਗੇ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਹੁਕਮੀ ਲਿਖਿਆ ਲੇਖ, ਜੇਹਾ ਵੇਖੈ ਤੇਹਾ ਵੇਖ। ਗੁਰੂ ਸਾਹਿਬ ਜੀ ਕਹਿੰਦੇ ਨਾਨਕ ਹੁਕਮੀ ਲਿਖਿਆ ਲੇਖ, ਜੇਹਾ ਵੇਖੈ ਤੇਹਾ ਵੇਖ। ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣਾ ਕਰ ਦਿੱਤਾ ਹੈ, ਹੇ ਨਾਨਕ ਜੀਵ ਜਿਵੇਂ ਜਿਵੇਂ ਵੇਖਦੇ ਹਨ ਤੇਹੋ ਜਿਹਾ ਉਹਨਾਂ ਦਾ ਸਰੂਪ ਬਣ ਜਾਂਦਾ ਹੈ। ਭਾਵ ਜਿਸ ਜਿਸ ਨੀਅਤ ਨਾਲ ਦੂਜੇ ਮਨੁੱਖਾਂ ਨਾਲ ਵਰਤਦੇ ਨੇ ਉਸੇ ਤਰ੍ਹਾਂ ਦੇ ਅੰਦਰ ਸੰਸਕਾਰ ਇਕੱਠੇ ਹੋ ਜਾਂਦੇ ਨੇ। ਸੰਸਕਾਰ ਦਾ ਮਤਲਬ ਹੁੰਦਾ ਹੈ ਵੀ ਉਹੋ ਜਿਹੇ ਅੰਦਰ ਖਿਆਲਾਤ ਪੈਦਾ ਹੋ ਜਾਂਦੇ ਨੇ। ਤੇ ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦਾ ਆਪਣਾ ਵੱਖਰਾ ਮਾਨਸਿਕ ਸਰੂਪ ਬਣ ਜਾਂਦਾ ਹੈ, ਉਹੋ ਜਿਹੀ ਉਹਨਾਂ ਦੀ ਵੱਖਰੀ ਹਸਤੀ ਬਣ ਜਾਂਦੀ ਹੈ, ਉਹੋ ਜਿਹੀਆਂ ਉਹਨਾਂ ਦੇ ਵਿੱਚ ਹਉਂ ਬਣ ਜਾਂਦੀ ਹੈ। ਪਰ ਇਹ ਲੇਖ ਵੀ ਰੱਬ ਦੇ ਹੁਕਮ ਵਿੱਚ ਹੀ ਲਿਖਿਆ ਜਾਂਦਾ ਹੈ। ਭਾਵ ਹਰੇਕ ਜੀਵ ਇਹ ਵੱਖੋ ਵੱਖਰੀ ਹਸਤੀ, ਵੱਖੋ ਵੱਖਰੀ ਹਉਂ ਰੱਬ ਦੇ ਹੁਕਮ ਅਨੁਸਾਰ ਹੀ ਬਣਦੀ ਹੈ।
ਰੱਬ ਦਾ ਇੱਕ ਅਜਿਹਾ ਨਿਯਮ ਬੱਝਾ ਹੋਇਆ ਹੈ ਕਿ ਹਰੇਕ ਮਨੁੱਖ ਦੇ ਆਪਣੇ ਕੀਤੇ ਕਰਮਾਂ ਦੇ ਸੰਸਕਾਰ ਅਨੁਸਾਰ ਉਸ ਦੇ ਆਲੇ ਦੁਆਲੇ ਆਪਣੇ ਹੀ ਇਹਨਾਂ ਸੰਸਕਾਰਾਂ ਦਾ ਜਾਲ ਤਣਿਆ ਬਣਿਆ ਰਹਿੰਦਾ ਹੈ। ਉਹ ਰੱਬੀ ਨਿਯਮ ਅਨੁਸਾਰ ਦੇ ਰਾਹੀਂ ਮਨੁੱਖ ਆਪਣੀ ਇੱਕ ਵੱਖਰੀ ਸਵਾਰਥੀ ਹਸਤੀ ਬਣਾਈ ਰੱਖਦਾ ਹੈ। ਗੁਰੂ ਸਾਹਿਬ ਜੀ ਨੇ ਇਹ ਸਮਝਾਉਣਾ ਕੀਤਾ ਹੈ ਕਿ ਅਸੀਂ ਨਾਨਕ ਹੁਕਮੀ ਲਿਖਿਆ ਲੇਖ, ਪ੍ਰਮਾਤਮਾ ਨੇ ਲੇਖ ਲਿਖੇ ਉਹੋ ਜਿਹਾ ਹੀ ਕਰਮ ਕਰਨੇ ਆ। ਜਿਹਾ ਵੇਖੇ ਤੇਹਾ ਵੇਖ, ਜਿਹੋ ਜੀ ਦੇਖਣੀ ਹੈ। ਅਸੀਂ ਕਈ ਵਾਰ ਨਾ ਗੁਰਮੁਖ ਪਿਆਰੋ, ਜੇ ਬੰਦਾ ਚੋਰ ਹੋਵੇ ਉਹਨੂੰ ਸਾਰੇ ਚੋਰ ਦਿਖਦੇ ਨੇ। ਜਿਹੜਾ ਬੰਦਾ ਚੋਰ ਹੋਵੇ ਉਹਨੂੰ ਸਾਰੇ ਚੋਰ ਦਿਖਦੇ ਨੇ। ਜਿਹੜਾ ਬੰਦਾ ਦਾਨੀ ਹੋਵੇ ਉਹਨੂੰ ਸਾਰੇ ਦਾਨੀ ਦਿਖਦੇ ਨੇ। ਬਹੁਤ ਲੋਕ ਦਾਨ ਕਰਦੇ ਨੇ। ਜਿਹੋ ਜਿਹਾ ਬੰਦੇ ਦੇ ਖਿਆਲਾਤ ਹੋਣ ਉਹੋ ਜਿਹੇ ਬਣਦੇ ਨੇ। ਗੁਰੂ ਸਾਹਿਬ ਜੀ ਕਹਿੰਦੇ ਜਿਹੋ ਜਿਹਾ ਬੰਦਾ ਉਹਦੇ ਅੰਦਰ ਖਿਆਲਾਤ ਪੈਦਾ ਹੋ ਗਏ, ਜਿਹੋ ਜਿਹਾ ਦਾ ਸੰਸਕਾਰ ਪੈਦਾ ਹੋ ਗਏ, ਉਹਨੂੰ ਦੁਨੀਆ ਵੀ ਉਹੋ ਜਿਹੀ ਲੱਗੇਗੀ। ਉਹੋ ਜਿਹੇ ਉਹਨੇ ਕਰਮ ਕਰਨੇ ਨੇ। ਉਸ ਬੰਦੇ ਨੇ ਉਹੋ ਜਿਹੇ ਕਰਮ ਕਰਨੇ ਨੇ। ਤੇ ਜਿਹੋ ਜਿਹਾ ਬੰਦਾ ਉਹੋ ਜਿਹੇ ਬੰਦੇ ਨੇ ਆਪਣੇ ਕਰਮ ਕਰਨੇ ਨੇ ਤੇ ਕਰਵਾਉਣੇ ਪ੍ਰਮਾਤਮਾ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਸਾਰੀ ਹਉਮੈ ਦੇ ਵਿੱਚ ਸਾਨੂੰ ਇਹੀ ਸਮਝਾਉਣਾ ਕੀਤਾ ਕਿ ਬੰਦਿਆ, ਸਾਰੇ ਕੰਮ ਤੂੰ ਹਉਮੈ ਵਿੱਚ ਕਰਦਾ ਹੈ। ਜੇ ਹਉਮੈ ਛੱਡ ਦਵੇਂ ਤੇ ਸਾਰਾ ਕੰਮ ਹੀ ਸਹੀ ਹੋ ਜੇ, ਸਿਸਟਮ ਤੇਰਾ ਸਹੀ ਹੋ ਜਾਵੇ, ਰੱਬ ਤੇਰੇ ਤੇ ਕਿਰਪਾ ਕਰ ਦਵੇ, ਰੱਬ ਤੈਨੂੰ ਆਪਣੇ ਵਿੱਚ ਸਮਾ ਲਵੇ। ਜਦੋਂ ਹਉਮੈ ਕਰਦੇ ਮੈਂ ਛੱਡ ਦਵੇਂ ਵੀ ਮੈਂ ਕੁਛ ਨਹੀਂ ਹੈ, ਮੈਂ ਤਾਂ ਇੱਕ ਰੱਬ ਦਾ ਬਣਾਇਆ ਹੋਇਆ ਪੁਤਲਾ ਦੁਨੀਆ ਦੇ ਵਿੱਚ ਆਇਆ ਤੇ ਰੱਬ ਦੀ ਭਗਤੀ ਕਰਨ ਵਾਸਤੇ ਆਇਆ, ਰੱਬ ਦਾ ਨਾਮ ਜਪਣ ਵਾਸਤੇ ਆਇਆ। ਇਹ ਕੰਮ ਕਰੇਗਾ ਤੇ ਰੱਬ ਵੀ ਤੈਨੂੰ ਸ਼ਾਬਾਸ਼ ਦੇਗਾ, ਰੱਬ ਵੀ ਤੇਰੇ ਨਾਲ ਰਹੇਗਾ, ਰੱਬ ਵੀ ਤੇਰੇ ਕਰਮ ਵਧੀਆ ਕਰੇਗਾ। ਇਹ ਜੇ ਤੂੰ ਪਰਮਾਤਮਾ ਦੇ ਪ੍ਰਥਾਈ ਆਪਣਾ ਜੀਵਨ ਜੀਵੇਂ ਤਾਂ। ਇਹ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣਾ ਕੀਤਾ ਹੈ। ਸਾਡੀ ਸਮਝ ਵਿੱਚ ਪੈ ਜਾਵੇ ਵੀ ਮੈਂ ਨਾ ਕਰਦੇ ਰਹੀਏ, ਅਸੀਂ ਤੂੰ ਕਰਕੇ ਕਰਮ ਕਰੀਏ ਕਿ ਪ੍ਰਮਾਤਮਾ ਜੀ ਤੂੰ ਕਰਤਾ ਕਾਦਰ ਕੀ ਕਰੈ ਨਿਆਈ। ਪ੍ਰਮਾਤਮਾ ਜੀ ਸਾਰੇ ਕੰਮ ਤੂੰ ਕਰਨੇ ਨੇ, ਅਸੀਂ ਨਹੀਂ ਕਰ ਸਕਦੇ। ਸਾਡਾ ਸਰੀਰ ਤੇ ਸਾਡਾ ਮਨ ਆਪਣੇ ਚਰਨਾਂ ਨਾਲ ਜੋੜ ਲਾ ਤਾਂ ਕਿ ਸਾਡਾ ਵੀ ਜੀਵਨ ਸੋਹਣਾ ਬਣ ਜਾਵੇ। ਸਾਡੇ ਅੰਦਰੋਂ ਵੀ ਮੈਂ ਖਤਮ ਹੋ ਜਾਵੇ, ਤੂੰ ਆਵੇ। ਮੈਂ ਆਖਾਂ ਤਾਂ ਮਰੀਏ, ਤੂੰ ਆਖਾਂ ਤਰੀਏ। ਇਸ ਕਰਕੇ ਗੁਰਮੁਖ ਪਿਆਰੋ, ਪ੍ਰਮਾਤਮਾ ਦੀ ਬਾਣੀ ਨੇ ਜੋ ਕੁਛ ਸਾਨੂੰ ਸਮਝਾਉਣਾ ਕੀਤਾ ਹੈ, ਇਹ ਸਮਝ ਸਾਡੇ ਹਿਰਦੇ 'ਚ ਵਸ ਜਾਵੇ, ਸਾਡਾ ਜੀਵਨ ਗੁਰਬਾਣੀ ਨਾਲ ਜੁੜ ਜਾਵੇ, ਸਾਡਾ ਵੀ ਕਿਤੇ ਨਾ ਕਿਤੇ ਇਸ ਦੁਨੀਆ ਤੇ ਆਇਆ ਲੇਖੇ ਪੈ ਜਾਵੇ। ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਕਿਰਪਾ ਸਦਕਾ ਗੁਰਬਾਣੀ ਦੀਆਂ ਵਿਚਾਰਾਂ ਹੋਈਆਂ। ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ ਦਾਸ ਕੋਲੋਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਟੁੱਟੀਆਂ ਰਹਿ ਜਾਇਆ ਕਰਦੀਆਂ, ਕਿਉਂਕਿ ਗੁਰੂ ਗਿਆਨ ਦੇ ਬੱਚੇ ਆ। ਸਤਿਗੁਰ ਸੱਚੇ ਪਾਤਸ਼ਾਹ ਤੇ ਗੁਰੂ ਦੀ ਸੰਗਤ ਮਾਫ ਜੋਗ ਹੈ, ਮਾਫ ਕਰ ਦੇਣਾ। ਅਗਾਂ ਤੋਂ ਬਾਣੀ ਪੜਨ ਸੁਣ ਸੇਵਾ ਸਮਰਤੀ ਗੁਰਬਾਣੀ ਦੀਆਂ ਵਿਚਾਰਾਂ ਕਰਨ ਦੀ ਸਤਿਗੁਰੂ ਸੱਚੇ ਪਾਤਸ਼ਾਹ ਆਪ ਸਮਤ ਬਖਸ਼ਣ, ਸਰਬਤ ਦਾ ਭਲਾ ਕਰਨ, ਸਭ ਨੂੰ ਨਾਮ ਧਨ ਦੇਣ, ਸਭ ਨੂੰ ਵਡਿਆਈਆਂ ਬਖਸ਼ਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਦੇ ਆਗੇ ਅਰਦਾਸ ਹਮਾਰੀ ਜੀਉ ਪੜ ਸਭ ਤੇਰਾ।